ਅੱਜ ਅਸੀਂ ਪਹੁੰਚੇ ਹਾਂ ਭਾਈ ਰੁਪਿੰਦਰ ਸਿੰਘ ਖਾਲਸਾ ਜੀ ਜੋ ਪਿਛਲੇ ਸਮੇਂ ਤੋਂ ਲੈ ਕੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ ਸਮਰਥਕ ਹੈਗੇ ਆ ਤੇ ਭਾਈ ਅਮਰਪਾਲ ਸਿੰਘ ਜੀ ਨੂੰ ਫੋਲੋ ਕਰਦੇ ਆ। ਅਸੀਂ ਇਹਨਾਂ ਨਾਲ ਪੰਥਕ ਤੇ ਪੰਜਾਬ ਦੇ ਮਸਲਿਆਂ ਤੇ ਬੰਦੀ ਸਿੰਘਾਂ ਦੇ ਮਸਲਿਆਂ ਤੇ ਗੱਲਬਾਤ ਕਰਾਂਗੇ। शुरुआत करते हैं, स्वागत करते हैं। स्वागत है तुहाडा जी। वाहिगुरू जी का खालसा, वाहिगुरू जी का खालसा, वाहिगुरू जी की फतेह जी। सब तो पहला भाई अमरपाल सिंह दा जिहड़ा वरतारा वापरिया उहनूं तुसीं किवें देखदे हो? सर ਉਹ ਇੱਕ ਮੰਗ ਨੂੰ ਸਰਪ੍ਰੈਸ ਕਰਨ ਵਾਲੀ ਗੱਲ ਹੈ। ਉਹਦੇ ਵਿੱਚ ਭਾਈ ਸਾਹਿਬ ਨੇ ਜੋ ਅਮਰਪਾਲ ਜੀ ਨੇ ਉਹਨਾਂ ਨੇ ਖੁਦ ਕਿਹਾ ਸੀ ਵੀ ਜੇ ਕਿਸੇ ਸਪਰਿੰਗ ਨੂੰ ਤੁਸੀਂ ਜਿੰਨਾ ਜ਼ਿਆਦਾ ਦੱਬੋਗੇ ਉਨਾ ਜ਼ਿਆਦਾ ਉਹ ਚੀਜ਼ ਅੱਗੇ ਉਛਲਦੀ ਹੈ ਜੀ। ਤਾਂ ਉਹਨਾਂ ਦਾ ਜੋ ਕੰਮ ਸੀ ਜਾਂ ਉਹਨਾਂ ਨੇ ਜੋ ਕੀਤਾ ਉਹ ਸਾਰੀ ਦੁਨੀਆ ਦੇ ਸਾਹਮਣੇ ਹੈ ਕਿ ਉਹਨਾਂ ਨੇ ਕਿੰਨਾ ਅੰਮ੍ਰਿਤ ਸੰਚਾਰ ਕਰਵਾਇਆ। ਹਰ ਇੱਕ ਗੁਰੂ ਘਰ ਦੇ ਵਿੱਚ ਅੰਮ੍ਰਿਤ ਸੰਚਾਰ ਦੀਆਂ ਗੱਲਾਂ ਹੁੰਦੀਆਂ ਸੀ ਔਰ ਨੌਜਵਾਨਾਂ ਦਾ ਮੋੜਾ ਪੈਣਾ ਸ਼ੁਰੂ ਹੋ ਗਿਆ ਸੀ। ਕਿੰਨੇ ਬੰਦਿਆਂ ਦਾ ਉਹਨਾਂ ਨੇ ਨਸ਼ਾ ਛਡਾ ਕੇ ਦਿੱਤਾ। ਗੁਰੂ ਘਰਾਂ ਨੂੰ ਆਪਣਿਆਂ ਨੂੰ ਚਰਚ ਬਣਾਇਆ ਜਾ ਰਿਹਾ ਸੀ, ਜਿੱਥੇ ਕਿ ਟੇਬਲ ਕੁਰਸੀਆਂ ਲੱਗ ਰਹੀਆਂ ਸੀ ਉਹ ਉਹਨਾਂ ਨੇ ਚਕਵਾਈਆਂ। ਔਰ ਹੋਰ ਉਹਨਾਂ ਨੇ ਨੌਜਵਾਨੀ ਨੂੰ ਵਿਦੇਸ਼ ਤੋਂ ਵਾਪਸ ਆ ਕੇ ਇੱਥੇ ਸਥਾਪਿਤ ਹੋਣ ਦੀ ਗੱਲ ਕਹੀ ਜੀ। ਉਹਨਾਂ ਨੇ ਖੁਦ ਆਪਦੇ ਬਾਰੇ ਦੱਸਿਆ ਕਿ ਮੈਂ ਵੀ ਵਿਦੇਸ਼ ਤੋਂ ਆਇਆ। ਉਹਨਾਂ ਦੇ ਜੋ ਵਾਈਫ ਨੇ ਤਾਂ ਉਹ ਵੀ ਭੈਣ ਜੀ ਵਿਦੇਸ਼ ਤੋਂ ਆਏ ਨੇ। ਤਾਂ ਉਹਨਾਂ ਨੇ ਕੁਝ ਕੰਮ ਇਹੋ ਜਿਹੇ ਕੀਤੇ, ਐਗਜ਼ਾਮਪਲਾਂ ਸੈੱਟ ਕੀਤੀਆਂ। ਉਹਨਾਂ ਨੇ ਆਪਦੇ ਕਾਰੋਬਾਰ ਨੂੰ ਤਰਜੀਹ ਨਹੀਂ ਦਿੱਤੀ। ਉਹ ਚਾਹੁੰਦੇ ਤਾਂ 5-7 ਟਰਾਲੇ ਹੋਰ ਪਾ ਸਕਦੇ ਸੀ, ਹੋਰ ਆਪਦੇ ਕਾਰੋਬਾਰ ਵੱਡੇ ਕਰ ਸਕਦੇ ਸੀ, ਜੋ ਵੀ ਉਹ ਕਰਦੇ ਨੇ। ਪਰ ਉਹਨਾਂ ਨੇ ਤਰਜੀਹ ਜਿਹੜੀ ਦਿੱਤੀ ਉਹ ਆਪਦੇ ਧਰਮ ਨੂੰ। ਉਹਨਾਂ ਦੀ ਲੜਾਈ ਜਿੱਥੋਂ ਸ਼ੁਰੂ ਹੋਈ ਹੈ ਨਾ ਜੀ, ਉਹ ਹੋਈ ਹੈ ਨਸ਼ਿਆਂ ਦੇ ਖਿਲਾਫ ਤੋਂ ਸ਼ੁਰੂ, ਕਿ ਨਸ਼ਿਆਂ ਨਾਲ ਸਾਡੀ ਨੌਜਵਾਨੀ ਮਰ ਰਹੀ ਹੈ। ਉਹਨੂੰ ਮੀਡੀਆ ਦੁਆਰਾ ਜਾਂ ਹੋਰ ਕਿਸੇ ਪਾਰਟੀਆਂ ਦੁਆਰਾ ਉਹਨੂੰ ਮੋਲਡ ਕਰ ਦਿੱਤਾ ਜਾ ਗਿਆ ਜਾਂ ਕੁਝ ਵਰਡਸ ਉਹਨਾਂ ਦੇ ਮਾਊਥ ਦੇ ਵਿੱਚ ਪਾਏ ਗਏ ਕਿ ਇਹ ਰਿਐਕਸ਼ਨ ਇਦਾਂ ਦੀ ਆਊਗੀ ਤਾਂ ਕਿ ਉਹਨਾਂ ਨੂੰ ਕਿਸੇ ਢੰਗ ਨਾਲ ਟਰੈਪ ਕੀਤਾ ਜਾ ਸਕੇ। ਉਹਨਾਂ ਨੂੰ ਹਰ ਤਰ੍ਹਾਂ ਦੇ ਪ੍ਰਵੋਕ ਕੀਤਾ ਗਿਆ। ਉਹਨਾਂ ਦੇ ਵਾਈਫ ਬਾਰੇ ਮਾੜਾ ਚੰਗਾ ਬੋਲਿਆ ਗਿਆ। ਉਹਨਾਂ ਦੇ ਬੰਦਿਆਂ ਨੂੰ ਤਸ਼ੱਦਦ ਕੀਤੀ ਗਈ, ਗਲਤ ਢੰਗ ਨਾਲ ਚੱਕੇ ਗਏ, ਨਜਾਇਜ਼ ਪਰਚੇ ਕਾਏ ਗਏ, ਫਿਰ ਪਰਚੇ ਕੈਂਸਲ ਕੀਤੇ ਗਏ। ਤਾਂ ਫਿਰ ਉਹਨਾਂ ਚੀਜ਼ਾਂ 'ਚ ਉਹਨਾਂ ਨੂੰ ਇੱਕ ਤਰ੍ਹਾਂ ਦੇ ਟਰੈਪ ਹੀ, ਮੈਨੂੰ ਤਾਂ ਲੱਗਦਾ ਇਹ ਸਾਰਾ ਕੁਝ ਕਿ ਟਰੈਪ ਕਰਕੇ ਉਹਨਾਂ ਨੂੰ ਉਲਝਾ ਲਿਆ ਗਿਆ। ਉਹਨਾਂ ਜਿਹੜਾ ਤਰੀਕਾਕਾਰ ਸੀਗਾ, ਕਈ ਲੋਕਾਂ ਨੂੰ ਇਹਦੇ ਆਬਜੈਕਸ਼ਨ ਹੈਗਾ ਵੀ ਭਾਈ ਸਾਹਿਬ ਹਥਿਆਰਬੰਦ ਲੋਕਾਂ ਦੇ ਨਾਲ ਰਹਿੰਦੇ ਸੀਗੇ, ਇਹ ਡੈਮੋਕ੍ਰੇਸੀ ਹੈ ਜੀ, ਇਹਦੇ ਨਾਲ ਤੁਸੀਂ ਲਿਖਤ ਪੜ੍ਹਨ ਬੋਲਣ ਨਾਲ ਤੁਸੀਂ ਇਹ ਚੀਜ਼ਾਂ ਕਰ ਸਕਦੇ ਹੋ। ਕਈ ਲੋਕ ਹੋਰ ਵੀ ਜਿਵੇਂ ਗੱਲਾਂ ਕਰਦੇ ਆ, ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਸਰ ਦੇਖੋ, ਲਾਇਸੈਂਸੀ ਹਥਿਆਰ ਰੱਖਣਾ ਹਰ ਇੱਕ ਬੰਦੇ ਦਾ ਅਧਿਕਾਰ ਹੈ, ਹੱਕ ਹੈ। ਭਾਈ ਸਾਹਿਬ ਕੋਲੇ ਮੈਂ ਕਦੇ ਵੀ 5-7 ਤੋਂ ਜ਼ਿਆਦਾ ਜਾਂ ਮੈਕਸੀਮਮ 10 ਬੰਦੇ ਹੁੰਦੇ ਹੋਣਗੇ ਹਥਿਆਰਾਂ ਵਾਲੇ, ਤਾਂ ਉਹਨਾਂ ਕੋਲੇ ਬੜੇ ਲਾਇਸੈਂਸੀ ਤੇ ਲਿਮਟਿਡ ਜਿਹੜੇ ਆਮ ਪਬਲਿਕ ਕੋਲੇ ਹਥਿਆਰ ਹੁੰਦੇ ਆ ਉਹ ਹਥਿਆਰ ਹੁੰਦੇ ਆ 12 ਬੋਰ 32 ਬੋਰ। ਇਹ ਜਿਹੜੇ ਚੋਰ ਨੇਤਾ, ਜਿਹੜੇ ਡਾਕੂ ਨੇਤਾ, ਜਿਨ੍ਹਾਂ ਤੇ ਚਿੱਟਿਆਂ ਦੇ, ਤਸਕਰੀਆਂ ਦੇ, ਕੱਪੜਿਆਂ ਦੇ ਕੱਪੜੇ ਚੱਲੀ ਜਾਂਦੇ ਆ, ਉਹ 50-50 AK-47 ਵਾਲੇ ਲਈ ਫਿਰਦੇ ਆ। ਉਹ ਤੁਹਾਨੂੰ ਅਸਲੀ ਨਹੀਂ ਦਿਖਦੇ ਵੀ ਐਡੇ ਐਡੇ ਡਾਕੂ ਲਈ ਫਿਰਦੇ ਆ। ਤੇ ਇੱਕ ਜਿਹੜਾ ਬੰਦਾ ਧਰਮ ਦਾ ਪ੍ਰਚਾਰ ਕਰ ਰਿਹਾ ਹੈ, ਜੇ ਉਹਨੇ ਆਪਦੇ ਖਰਚੇ ਤੇ ਇੱਕ ਪਬਲਿਕ ਵਾਲੇ ਜਿਹੜੇ ਕਿ ਸਿਵਿਲੀਅਨ ਨੂੰ ਹਥਿਆਰ ਮਿਲਦੇ ਆ, ਲਾਇਸੈਂਸੀ ਹਥਿਆਰ ਰੱਖ ਲਏ, ਤਾਂ ਉਹਦੇ ਨਾਲ ਕਿਸੇ ਨੂੰ ਕੀ ਪ੍ਰੋਬਲਮ ਹੈ ਜੀ? ਡਿਬਰੂਗੜ੍ਹ ਜਿਵੇਂ ਭੇਜਿਆ ਗਿਆ ਉਹਨਾਂ ਨੂੰ, ਬਾਅਦ 'ਚ ਪਹਿਲਾਂ ਉਹਨਾਂ ਸਾਥੀਆਂ ਨੂੰ ਭੇਜਿਆ ਗਿਆ, ਉਸ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਪੰਜਾਬ ਦੇ ਵਿੱਚ ਜਿਹੜੀ ਉਹਨਾਂ ਦੀ ਆਵਾਜ਼ ਸੀਗੀ ਉਹ ਚਰਚਾ ਚੱਲ ਰਹੀ ਹੈ? ਜੇ ਉਹ ਬਾਹਰ ਆਉਂਦੇ ਆ ਉਹ ਫਿਰ ਉਸ ਤਰ੍ਹਾਂ ਮੂਵਮੈਂਟ ਚੱਲ ਸਕਦੀ ਹੈ? ਕੀ ਰੁਝਾਨ ਤੁਸੀਂ ਦੇਖਦੇ ਹੋ? ਸਰ ਦੇਖੋ, ਇਸ ਨੂੰ ਮੂਵਮੈਂਟ ਮੈਨੂੰ ਸਮਝ ਨਹੀਂ ਆ ਰਹੀ। ਨਸ਼ਿਆਂ ਦੇ ਖਿਲਾਫ ਹੀ ਚੱਲ ਗਈ ਕੋਈ ਮੂਵਮੈਂਟ? ਕਿਹੜੀ ਮੂਵਮੈਂਟ? ਕੀ ਤੁਸੀਂ ਮੁਹਿੰਮ ਮੂਵਮੈਂਟ? ਇਹ ਮੂਵਮੈਂਟ ਕੀ ਗੁਰਦੁਆਰਿਆਂ ਦੇ ਵਿੱਚ ਦੁਬਾਰੇ ਕੁਰਸੀਆਂ ਤੇ ਟੇਬਲ ਲਵਾ ਦਈਏ? ਦੁਬਾਰੇ ਨੌਜਵਾਨੀ ਨੂੰ ਕਹੀਏ ਵੀ ਨਸ਼ਿਆਂ 'ਚ ਵੜ ਜਾਓ, ਦੁਬਾਰੇ ਆਪਦੇ ਕੇਸ ਦਾੜੇ ਕਤਲ ਕਰਾਓ ਤੇ ਤੁਸੀਂ ਅੰਮ੍ਰਿਤ ਸੰਚਾਰ ਨਾ ਕਰੋ, ਜਾਂ ਤੁਸੀਂ ਵਿਦੇਸ਼ਾਂ ਨੂੰ ਭੱਜ ਲਓ। ਮੂਵਮੈਂਟ ਤਾਂ ਇਹੀ ਸੀ ਕਿ ਨੌਜਵਾਨੀ ਨੂੰ ਆਪਦੀ ਜੜ੍ਹਾਂ ਵੱਲ ਮੋੜਨਾ। ਇਹ ਬੇਸਿਕ ਮੂਵਮੈਂਟ ਸੀ। ਉਹਦੀ ਬੇਸਿਕ ਮੂਵਮੈਂਟ ਅੱਜ ਵੀ, ਇਹ ਤਾਂ ਮੈਂ ਹਰ ਇੱਕ ਪੰਜਾਬੀ ਦੀ, ਤੁਹਾਡੀ ਵੀ ਹੋਣੀ ਚਾਹੀਦੀ ਹੈ, ਮੇਰੀ ਵੀ ਹੋਣੀ ਚਾਹੀਦੀ ਹੈ, ਕਿ ਆਪਦੇ ਬੱਚਿਆਂ ਨੂੰ ਸੰਭਾਲਣਾ, ਉਹਨਾਂ ਦੀ ਸੁਰੱਖਿਆ ਕਰਨਾ, ਉਹਨਾਂ ਨੂੰ ਆਪਦੇ ਧਰਮ ਦੇ ਲੜ ਲਾਉਣਾ। ਤਾਂ ਇਹ ਤਾਂ ਕੋਈ ਗਲਤ ਮੂਵਮੈਂਟ ਹੀ ਨਹੀਂ ਹੈ। ਇਹ ਤਾਂ ਬੜੀ ਚੰਗੀ ਮੂਵਮੈਂਟ ਹੈ। ਇਹ ਤਾਂ ਹਰ ਇੱਕ ਧਰਮ ਦੇ ਬੰਦੇ, ਕ੍ਰਿਸਚਨਾਂ ਨੂੰ ਵੀ ਕਰਨਾ ਚਾਹੀਦਾ। ਅਸੀਂ ਹਰ ਇੱਕ ਧਰਮ ਦਾ ਇੱਜ਼ਤ ਕਰਦੇ ਹਾਂ, ਸਾਡਾ ਕਿਸੇ ਧਰਮ ਨਾਲ ਕੋਈ ਵੈਰ ਨਹੀਂ। ਇਹ ਹਿੰਦੂਆਂ ਨੂੰ ਵੀ ਕਰਨਾ ਚਾਹੀਦਾ, ਇਹ ਮੁਸਲਮਾਨਾਂ ਨੂੰ ਵੀ ਕਰਨਾ ਚਾਹੀਦਾ ਕਿ ਉਹਨਾਂ ਦੇ ਬੱਚੇ
ਨੰਗੇ ਹੋ ਕੇ ਕਲੱਬਾਂ 'ਚ ਨੱਚੀ ਜਾਂਦੇ ਆ, ਦਾਰੂਆਂ ਪੀ ਜਾਂਦੇ ਆ, ਨਸ਼ੇ ਨਾਲ ਮਰੀ ਜਾਂਦੇ ਆ। ਉਹਨਾਂ ਨੂੰ ਆਪਦੇ ਧਰਮ ਵੱਲ ਮੋੜੋ, ਧਰਮ ਵੱਲ ਮੋੜਾਂਗੇ ਕੋਈ ਚੰਗੀ ਗੱਲ ਸਿੱਖਣਗੇ, ਧਰਮ ਦੇ ਰਾਹ ਤੇ ਤੁਰਨਗੇ ਤਾਂ ਹੋਰ ਅੱਗੇ ਜਾ ਕੇ ਤਰੱਕੀਆਂ ਕਰਨਗੇ। ਕੀ ਲੱਗਦਾ ਜਿਵੇਂ ਹੁਣ ਭਾਈ ਸਾਹਿਬ, ਚਲੋ ਭਾਈ ਅਮਰਤਪਾਲ ਸਿੰਘ ਜੇ ਬਾਹਰ ਆਉਂਦੇ ਆ, ਉਹਦੇ ਨਾਲ ਨਸ਼ੇ ਤੋਂ ਬਿਨਾ ਜਿਵੇਂ ਹੋਰ ਵੀ ਚੀਜ਼ਾਂ ਦੇ ਹੱਲ ਵੱਲ ਗੱਲ ਵੱਧ ਸਕਦੀ, ਜਿਵੇਂ ਹੁਣ ਬੰਦੀ ਸਿੰਘਾਂ ਦਾ ਮਸਲਾ ਚੱਲ ਰਿਹਾ ਹੈ ਵੀ 30-30 ਸਾਲ ਤੋਂ ਜਿਨ੍ਹਾਂ ਨੂੰ ਸੰਵਿਧਾਨ ਕਾਨੂੰਨ ਦੇ ਮੁਤਾਬਕ ਸਜ਼ਾ ਵੀ ਪੂਰੀ ਹੋ ਗਈ, ਛੱਡਿਆ ਨਹੀਂ ਜਾ ਰਿਹਾ, ਇੱਕ ਮੁਹਾਲੀ ਮੋਰਚਾ ਵੀ ਚੱਲ ਰਿਹਾ, ਕੀ ਉਧਰ ਨੂੰ ਵੀ ਕੋਈ ਉਸ ਮੰਗਾਂ ਨੂੰ ਵੀ ਗੱਲ ਵੱਧ ਸਕਦੀ ਹੈ? ਸਰ ਦੇਖੋ, ਤੁਹਾਡੇ ਸਵਾਲ ਦੇ ਵਿੱਚ ਹੀ ਤੁਹਾਡਾ ਜਵਾਬ ਹੈ। ਤੁਸੀਂ ਖੁਦ ਹੀ ਕਹਿ ਰਹੇ ਹੋ ਸੰਵਿਧਾਨ ਮੁਤਾਬਕ, ਕਾਨੂੰਨ ਮੁਤਾਬਕ 2-2 ਉਮਰ ਕੈਦਾਂ ਭੋਗ ਲਿਆ, ਸਜ਼ਾ ਪੂਰੀ ਹੋ ਗਈ, ਤਾਂ ਤੁਸੀਂ ਦੱਸੋ ਛੱਡਣਾ ਚਾਹੀਦਾ ਕਿ ਨਹੀਂ? ਛੱਡਣਾ ਚਾਹੀਦਾ, ਬਸ ਇਹੀ ਮੇਰਾ ਜਵਾਬ ਹੈ ਭਰਾ ਮੇਰੇ। ਛੱਡ ਨਹੀਂ ਰਹੇ ਮਤਲਬ ਵੀ ਕੀ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਉਹ ਇੱਧਰ ਨੂੰ ਗੱਲ ਤੋਰ ਸਕਦੇ ਆ, ਜਿਵੇਂ ਹੁਣ ਉਹ ਮੁਹਾਲੀ ਮੋਰਚੇ 'ਚ ਬੈਠੇ ਆ, ਉਹ ਪਰ ਉਹ ਗੱਲ ਅੱਗੇ ਤੁਰ ਨਹੀਂ ਰਹੀ, ਚਾਹੇ ਉਹਨਾਂ ਦੀ ਗੱਲਬਾਤ ਅੱਗੇ ਚੱਲ। ਬੰਦੀ ਸਿੰਘਾਂ ਦਾ ਰਿਹਾਈ ਮੋਰਚਾ ਪਹਿਲਾਂ ਤੋਂ ਚੱਲ ਰਿਹਾ, ਉਹਨਾਂ ਦਾ ਮੋਰਚੇ ਦੇ ਵਿੱਚ ਸਪੋਰਟ ਭਾਈ ਸਾਹਿਬ ਦੀ ਪੂਰੀ ਹੈ, ਗਾਂ ਤੋਂ ਵੀ ਰਹੂਗੀ, ਰਹਿਣੀ ਵੀ ਚਾਹੀਦੀ ਹੈ, ਸਾਰਿਆਂ ਦੀ ਰਹਿਣੀ ਚਾਹੀਦੀ ਹੈ। ਵੀ ਜੇ ਸਾਡੇ ਕੋਈ ਭਰਾ ਨਜਾਇਜ਼ ਕਿਸੇ ਕੇਸ 'ਚ ਪਾ ਦਿੱਤੇ ਗਏ, ਜਾਂ ਕਈ ਬੱਚਿਆਂ ਨੂੰ ਹੁਣ ਜਦੋਂ ਵਹੀਰ ਚੱਲੀ ਜਾਂਦੀ ਸੀ ਇੱਥੋਂ ਤਾਂ ਜਲੰਧਰੋਂ ਚੱਕ ਲਿਆ ਗਿਆ, ਤਾਂ ਨਜਾਇਜ਼ ਬੰਦੇ ਚੱਕ ਲਏ, ਉਵੇਂ ਕਈ ਬੰਦੇ 26-26 ਸਾਲ 30-30 ਸਾਲ ਤੋਂ ਬੈਠੇ ਜਿਨ੍ਹਾਂ ਦੀਆਂ 2-2 ਉਮਰ ਕੈਦਾਂ ਪੂਰੀਆਂ ਹੋ ਗਈਆਂ, ਤਾਂ ਉਹ ਤਾਂ ਮੋਰਚਾ ਉਹਨਾਂ ਚਿਰ ਚੱਲਦਾ ਰਹਿਣਾ ਚਾਹੀਦਾ ਹੈ। ਭਾਈ ਸਾਹਿਬ ਉਹਦੀ ਸਪੋਰਟ ਕਰਦੇ ਆ, ਹਮੇਸ਼ਾ ਕਰਦੇ ਰਹਿਣਗੇ, ਸਾਨੂੰ ਇਸ ਚੀਜ਼ ਤੇ ਪੂਰਾ ਵਿਸ਼ਵਾਸ ਹੈ। ਪਰ ਉਹ ਮੋਰਚਾ ਤਾਂ ਹਰ ਇੱਕ ਸਿੱਖ ਦਾ ਫਰਜ਼ ਹੈ ਕਿ ਜੇ ਆਪਣੇ ਭੈਣ ਭਰਾ ਆਪਣੇ ਵਾਸਤੇ ਇੰਨੇ ਚਿਰ ਤੋਂ ਸਜ਼ਾ ਪੂਰੀ ਕਰਕੇ ਕਾਨੂੰਨ ਸੰਵਿਧਾਨ ਮੁਤਾਬਕ ਜੋ ਤੁਸੀਂ ਕਿਹਾ ਜੇਲ੍ਹ 'ਚ ਬੈਠੇ, ਤਾਂ ਉਹਨਾਂ ਨੂੰ ਬਾਹਰ ਕੱਢਣਾ ਚਾਹੀਦਾ, ਕਾਨੂੰਨ ਮੁਤਾਬਕ ਹੀ ਕੱਢ ਦਿਓ। ਇਹ ਜਿਵੇਂ ਹੁਣ ਆਪਾਂ ਥੋੜੀ ਜਿਹੀ ਗੱਲ ਕਰਦੇ ਹਾਂ ਵੀ ਖਾਲਿਸਤਾਨ ਦੀ ਗੱਲ ਚੱਲਦੀ ਹੈ, ਕਈ ਤਰ੍ਹਾਂ ਇਹ ਹੈਗੀਆਂ ਵੀ ਅਸੀਂ ਜੀ ਭਾਰਤ ਦੇ ਕਾਨੂੰਨ ਦੇ ਮੁਤਾਬਕ ਇਲੈਕਸ਼ਨ ਲੜ ਕੇ ਵਿਧਾਨ ਸਭਾ 'ਚ ਪਹੁੰਚਣਾ, ਉਹਦੀ ਗੱਲ ਫਿਰ ਕਰਨੀ। ਕਈ ਤਰ੍ਹਾਂ ਇਹ ਹੈਗੀਆਂ ਪੰਥਕ ਵੀ ਅਸੀਂ ਖਾਲਿਸਤਾਨ ਦੇ ਏਜੰਡੇ ਤੇ ਕਰ ਰਹੇ ਹਾਂ, ਲੋਕਾਂ ਨੂੰ ਇਹਦੇ ਵਾਸਤੇ ਅਵੇਅਰ ਕਰ ਰਹੇ ਹਾਂ, ਤਾਂ ਇਹ ਤੁਸੀਂ ਕਿਵੇਂ ਦੇਖਦੇ ਹੋ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਜਿਹੜਾ ਕੁਝ ਸਾਰਾ ਕੁਝ ਵਾਪਰ ਰਿਹਾ ਹੈ? ਸਰ ਦੇਖੋ, ਇਹ ਮੰਗ ਹੈ ਜਿਹੜੀ, ਉਹ ਮੰਗ ਉੱਠੀ ਕਿੱਥੋਂ ਹੈ, ਜੜ੍ਹਾਂ ਕਿੱਥੇ ਹੈ ਇਹਦੀਆਂ, ਉਹਦੇ ਤੇ ਆਪਾਂ ਨੂੰ ਦੁਬਾਰੇ ਫੇਰ ਜਾਣਾ ਪਊਗਾ। ਮੰਗ ਇਹ ਹੈ ਕਿ ਇੱਕ ਧਰਮ ਦੇ ਆਧਾਰ ਤੇ ਪਹਿਲਾਂ ਇੱਥੇ ਪਾਕਿਸਤਾਨ ਦਾ ਮੁਲਕ ਬਣਾਇਆ ਗਿਆ, ਫਿਰ ਉਹ ਧਰਮ ਦੇ ਆਧਾਰ ਤੇ ਜੇ 2 ਮੁਸਲਿਮ ਕੰਟਰੀਆਂ ਦੀ ਵੀ ਨਹੀਂ ਆਪਸ ਵਿੱਚ ਬਣੀ, ਬੰਗਲਾਦੇਸ਼ ਤੇ ਪਾਕਿਸਤਾਨ ਉਹ ਅੱਡ ਹੋ ਗਏ ਜੀ, ਦੋਨੇ ਇੱਕੋ ਧਰਮ ਦੇ ਕੰਟਰੀ ਸੀ। 70 ਮੁਸਲਮਾਨਾਂ ਦੇ ਕੰਟਰੀ ਆਲਰੇਡੀ ਹੈਗੇ, ਕ੍ਰਿਸਚਨਾਂ ਦੇ ਕੰਟਰੀ ਕਿੰਨੇ ਹੈ? ਨੇਪਾਲ ਇੱਕ ਹਿੰਦੂ ਰਾਸ਼ਟਰ ਪਹਿਲਾਂ ਰਿਹਾ ਹੈ। ਇੰਡੀਆ ਦੇ ਵਿੱਚ ਕਿੰਨੀ ਹਿੰਦੂ ਜੈਂਟਲਮੈਨਾਂ ਦੀ ਪਾਪੂਲੇਸ਼ਨ ਹੈ? ਮੌਰੀਸ਼ੀਅਸ ਦੇ ਵਿੱਚ ਕਿੰਨੀ ਹੈ? ਫਿਜੀ ਦੇ ਵਿੱਚ ਕਿੰਨੀ ਹੈ? 48% ਹੋ ਗਈ ਹੈ। ਤਾਂ ਜੇ ਕੋਈ ਆਪਦੀ ਕੌਮੀਅਤ ਦੀ ਰੱਖਿਆ ਵਾਸਤੇ, ਆਪਦੀ ਧਰਮ ਦੀ ਰੱਖਿਆ ਵਾਸਤੇ, ਆਪਦੀ ਬੋਲੀ ਪਾਣੀ ਦੀ ਰੱਖਿਆ ਵਾਸਤੇ, ਆਪਦੀ ਕੌਮ ਦੀ ਰੱਖਿਆ ਵਾਸਤੇ, ਆਪਦੇ ਧਰਮ ਦੇ ਆਧਾਰ ਤੇ ਇੱਕ ਮੁਲਕ ਦੀ ਮੰਗ ਕਰਦਾ ਹੈ ਔਰ ਬੜੇ ਵਧੀਆ ਤਰੀਕੇ ਨਾਲ ਕਰ ਰਹੇ ਆ, ਔਰ ਉਹਦੀ ਇੱਕ ਜੜ੍ਹਾਂ ਹੈ, ਉਹਦੀ ਬੇਸਿਕ ਇੱਕ ਬੁਨਿਆਦ ਹੈ ਕਿ ਉਹ 1947 ਤੋਂ ਮੰਗ ਚੱਲੀ ਆ ਰਹੀ ਹੈ, ਸਿੱਖਾਂ ਦੁਆਰਾ ਉਹ ਸੰਵਿਧਾਨ ਤੇ ਸਾਈਨ ਨਹੀਂ ਕੀਤੇ ਗਏ, ਤਾਂ ਉਹ ਮੰਗ ਨੂੰ ਕਰਨ ਦੇ ਤਰੀਕੇ ਅੱਡ-ਅੱਡ ਹੋ ਸਕਦੇ ਆ। ਹਰ ਇੱਕ ਬੰਦੇ ਦੀ ਆਪਦੀ ਸੋਚ ਹੁੰਦੀ ਹੈ। ਤੁਹਾਨੂੰ ਯਾਦ ਹੋਏਗਾ ਜਦੋਂ ਹਿੰਦੁਸਤਾਨ ਦੀ ਆਜ਼ਾਦੀ ਦੀ ਲੜਾਈ ਚੱਲਦੀ ਸੀ, ਉਦੋਂ ਵੀ ਨਰਮ ਦਲ ਤੇ ਗਰਮ ਦਲ ਸੀਗਾ। ਗਰਮ ਦਲ ਦੇ ਵਿੱਚ ਭਗਤ ਸਿੰਘ ਜੀ ਹਰਿਆਂ ਨੂੰ ਰੱਖਿਆ ਗਿਆ ਸੀ, ਸੁਭਾਸ਼ ਚੰਦਰ ਬੋਸ ਜੀ ਨੂੰ ਰੱਖਿਆ ਗਿਆ ਸੀ, ਉਹਨਾਂ ਨੂੰ ਵੀ ਲੋਕ ਪੂਜਦੇ ਆ। ਮਹਾਤਮਾ ਗਾਂਧੀ ਜੀ, ਨਹਿਰੂ ਜੀ, ਲਾਲਾ ਲਾਜਪਤ ਰਾਏ ਜੀ ਨਰਮ ਦਲ 'ਚ ਸੀਗੇ, ਇਹਨਾਂ ਨੂੰ ਵੀ ਲੋਕ ਪੂਜਦੇ ਆ। ਨੈਲਸਨ ਮੰਡੇਲਾ ਜੀ 40 ਸਾਲ ਜੇਲ੍ਹ 'ਚ ਲਾ ਕੇ ਆ ਕੇ ਮੁਲਕ ਆਜ਼ਾਦ ਕਰਾ ਕੇ ਰਾਸ਼ਟਰਪਤੀ ਬਣੇ ਆ, ਉਹਨਾਂ ਨੂੰ ਵੀ ਲੋਕ ਪੂਜਦੇ ਆ। ਤਾਂ ਇਹਦੇ 'ਚ ਤਾਂ ਮੰਗ ਤਾਂ ਬੜੀ ਜਾਇਜ਼ ਹੈ, ਉਹਨੂੰ ਰੱਖਣ ਦੇ ਤਰੀਕੇ ਅੱਡ-ਅੱਡ ਹੋ ਸਕਦੇ ਆ। ਇਹਦੇ 'ਚ ਜਿਵੇਂ ਹੁਣ ਖਾਲਿਸਤਾਨ ਦੀ ਜੋ ਗੱਲ ਚੱਲਦੀ ਹੈ, ਵੋਟ ਬੈਂਕ ਜਿਹੜੀ ਪਾਰਟੀ ਲੜਦੀ ਹੈ ਖਾਲਿਸਤਾਨ ਦੇ ਮੁੱਦੇ ਤੇ, ਵੋਟ ਬੈਂਕ ਬੜੀ ਉਹਨਾਂ ਦੀ ਘੱਟ ਹੈ। ਆਮ ਵੀ ਲੋਕਾਂ 'ਚ ਪਰਸੈਪਸ਼ਨ ਇਹ ਹੈਗੀ ਹੈ ਵੀ ਯਾਰ ਟੈਕਨੋਲੋਜੀ ਦਾ ਜ਼ਮਾਨਾ, ਪੜ੍ਹ ਲਿਖ ਕੇ ਤੁਸੀਂ ਵਧੀਆ ਆਪਣੀ ਜ਼ਿੰਦਗੀ ਬਸਰ ਕਰੋ। ਇਹ ਮਸਲੇ ਨੂੰ ਨਾ ਗੰਭੀਰਤਾ ਨਾਲ ਦੇਖਿਆ ਨਹੀਂ ਜਾਏ, ਚਾਹੇ ਸਿੱਖ ਹੀ ਹੋਣ ਇਸ ਮਸਲੇ ਤੇ। ਸਰ ਦੇਖੋ, ਉਹ ਤੁਹਾਨੂੰ ਜਦੋਂ ਇੱਕ ਸਮਾਂ ਲੰਘ ਜੇ, ਉਹ ਚੀਜ਼ ਉਦੋਂ ਪਤਾ ਲੱਗੇ, ਫਿਰ ਤੁਸੀਂ ਮੁੜਨ ਦੀ ਕੋਸ਼ਿਸ਼ ਕਰੋ ਤਾਂ ਵਾਪਸ ਨਹੀਂ ਆਇਆ ਜਾਂਦਾ, ਬੜਾ ਔਖਾ ਹੋ ਜਾਂਦਾ। ਇੱਕ ਕਈ ਬੰਦੇ ਆਪਣੇ ਕੋਲੇ ਦੁਨਿਆਵੀ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਇੱਕ ਉਹਨਾਂ ਦੀ ਥਿੰਕਿੰਗ, ਉਹਨਾਂ ਦੀ ਦੂਰ ਦ੍ਰਿਸ਼ਟੀ ਹੁੰਦੀ ਹੈ ਕਿ ਆਉਣ ਵਾਲਾ ਸਮਾਂ ਇਹੋ ਜਿਹਾ ਹੋਏਗਾ। ਔਰ ਸੰਤ ਬਥੇਰੇ ਵਾਰੀ ਕਹਿੰਦੇ ਹੁੰਦੇ ਸੀ ਕਿ ਆਉਣ ਵਾਲਾ ਸਮਾਂ ਭਾਈ ਬੜਾ ਭੈੜਾ ਹੋਏਗਾ ਜੇ ਤੁਸੀਂ ਨਾ ਜਾਗੇ। ਤੇ ਹੋਇਆ ਕੀ?
ਕਿ ਗੁਰੂ ਗ੍ਰੰਥ ਸਾਹਿਬ ਨੂੰ ਪਾੜ ਰੂੜੀਆਂ ਨਾਲੀਆਂ ਗਲੀਆਂ 'ਚ ਖਿਲਾਰਿਆ ਗਿਆ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰ ਲਏ ਗਏ। ਸਿੱਖਾਂ ਨੂੰ ਕੋਹ ਕੇ ਮਾਰਿਆ ਗਿਆ ਜੀ। ਸਿੱਖਾਂ ਦੇ ਬੱਚੇ ਨਸ਼ੇ ਨਾਲ ਮਾਰੇ ਗਏ। ਇੱਥੇ ਬਾਹਰਲੀਆਂ ਸਟੇਟਾਂ ਤੋਂ ਲਿਆ ਕੇ ਉਹਨਾਂ ਦੇ ਆਧਾਰ ਕਾਰਡ, ਰਾਸ਼ਨ ਕਾਰਡ, ਇੱਥੋਂ ਦੀ ਵਸਨੀਕ ਬੋਲੀ ਹਿੰਦੀ, ਇੱਥੇ ਹਰ ਢੰਗ ਨਾਲ ਪਾਣੀ ਖੋਲੋ, ਚੰਡੀਗੜ੍ਹ ਖੋਲੋ, ਹਰਿਆਣਾ ਬਣਾ ਦਿਓ, ਹਿਮਾਚਲ ਬਣਾ ਦਿਓ। ਕੇਸਾਧਾਰੀ ਹਿੰਦੂ ਨੇ ਕਦੇ ਕੁਛ ਕਦੇ ਕੁਛ। ਤਾਂ ਉਹ ਤਾਂ ਹਰ ਇੱਕ ਚੀਜ਼ ਨਾਲ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਕਹਿ ਰਹੇ ਹਾਂ ਕਿ ਹਥਿਆਰਾਂ ਦੀ ਗੱਲ ਨਹੀਂ ਹੈ, ਗੱਲ ਹੈ ਕਿ ਹਥਿਆਰ ਚੱਕਣ ਨੂੰ ਮਜਬੂਰ ਕੌਣ ਕਰ ਰਿਹਾ। ਹਥਿਆਰ ਕਿਉਂ ਚੱਕੂਗਾ ਕੋਈ ਜਾ ਕੇ। ਦੀਪ ਸਿੱਧੂ ਜੀ ਹੋਰ ਫਿਲਮਾਂ ਕਰ ਲੈਂਦੇ, ਹੋਰ ਪੈਸੇ ਕਮਾ ਲੈਂਦੇ, ਪਰ ਉਹਨਾਂ ਨੇ ਇੱਜ਼ਤ ਦੀ ਗੱਲ ਕੀਤੀ, ਆਪਦੀ ਕੌਮੀਅਤ ਦੀ ਗੱਲ ਕੀਤੀ, ਸਾਰਾ ਕੁਝ ਛੱਡ ਕੇ ਆ ਗਏ। ਫਿਰ ਜੇ ਤੁਸੀਂ ਜਿਹੜੀ ਗੱਲ ਕਰਦੇ ਹੋ ਕਿ ਤਰੱਕੀ ਕਰੋ, ਇੰਟੈਲੈਕਚੁਅਲੀ ਸਟਰੋਂਗ ਬਣੋ, ਮੋਬਾਈਲ ਦਾ ਟੈਕਨੀਕ ਦਾ ਜ਼ਮਾਨਾ ਹੈ, ਤੇ ਦੀਪ ਸਿੱਧੂ ਕੋਲੇ ਫਿਰ ਕੀ ਮੋਬਾਈਲ ਟੈਕਨੀਕ ਹੈ ਨਹੀਂ ਸੀ ਕਿ ਤਰੱਕੀ ਹੈ ਨਹੀਂ ਸੀ। ਉਹ ਕਰਕੇ ਵੀ ਮੁੜਨਾ ਹੀ ਪੈਣਾ ਨਾ ਫਿਰ ਜੀ। ਆਪਦੀਆਂ ਜੜ੍ਹਾਂ ਤੋਂ ਕਿਵੇਂ ਪਾਸੇ ਹੋ ਜਾਓਗੇ ਤੁਸੀਂ। ਸਿੱਧੂ ਮੂਸੇਵਾਲੇ ਕੋਲੇ ਕੋਈ ਪੈਸਾ ਹੈ ਨਹੀਂ ਸੀ, ਪਰ ਉਹ ਆਪਦੇ ਹਰ ਇੱਕ ਗਾਣੇ 'ਚ ਕੌਮ ਦੀ ਗੱਲ ਕਰਦਾ ਸੀ। ਭਾਈ ਅੰਮ੍ਰਿਤਪਾਲ ਜੀ ਵੀ ਇੱਜ਼ਤ ਦੀ ਗੱਲ ਕਰਦੇ ਆ, ਕੌਮੇ ਦੀ ਗੱਲ ਕਰਦੇ ਆ। ਗੱਲ ਜਿਹੜੀ ਤੁਸੀਂ ਕਰ ਰਹੇ ਹੋ ਨਾ, ਉਹ ਤਾਂ ਉਹ ਕਰਕੇ ਛੱਡ ਕੇ ਆ ਗਏ ਨੇ, ਟੈਕਨੋਲੋਜੀ ਦੀ ਤੇ ਪੈਸੇ ਦੀ ਤੇ ਤਰੱਕੀ ਦੀ। ਜਗਤਾਰ ਸਿੰਘ ਹਵਾਰਾ ਜੀ 30 ਸਾਲ ਤੋਂ ਜੇਲ੍ਹ 'ਚ ਬੈਠੇ ਨੇ। ਜੱਦੀ ਪੁਸ਼ਤੀ ਬੜੇ ਹੀ ਖਾਨਦਾਨੀ ਤੇ ਰਿਸ਼ਟ ਪੁਸ਼ਟ ਖਾਨਦਾਨ ਨਾਲ ਬਿਲੋਂਗ ਕਰਦੇ ਨੇ। ਉਹ ਭਗਤ ਸਿੰਘ ਜੀ ਬੜੇ ਵਧੀਆ ਖਾਨਦਾਨ ਨੂੰ ਬਿਲੋਂਗ ਕਰਦੇ ਸੀ, ਚੰਗੀ ਉਹਨਾਂ ਕੋਲੇ ਹੈਸੀਅਤ, ਜ਼ਮੀਨ ਜਾਇਦਾਦ ਸੀ। ਤਾਂ ਉਹ ਬੰਦੇ ਜਦੋਂ ਦੇਖਦੇ ਆ ਵੀ ਸਾਨੂੰ ਹਰ ਥਾਂ ਤੇ ਜਲੀਲ ਕੀਤਾ ਜਾ ਰਿਹਾ, ਹਰ ਥਾਂ ਤੇ ਸਾਡੇ ਹੱਕ ਮਾਰੇ ਜਾ ਰਹੇ ਆ, ਹਰ ਥਾਂ ਤੇ ਸਾਡੀ ਮੰਗ ਨੂੰ ਸਰਪ੍ਰੈਸ ਕੀਤਾ ਜਾ ਰਿਹਾ, ਤਾਂ ਉਹ ਤਾਂ ਬਿਗੇਸਟ ਰੀਸੈਂਟ ਐਗਜ਼ਾਮਪਲ ਹੈ। ਹੁਣ ਭਾਈ ਅੰਮ੍ਰਿਤਪਾਲ ਸਿੰਘ ਜੀ ਸਾਰਾ ਕਾਰੋਬਾਰ ਛੱਡ ਕੇ ਇੱਥੇ ਆਏ ਨੇ। ਤੁਸੀਂ ਤਾਂ ਉਹ ਪਤਾ ਨਹੀਂ ਬੱਚਾ ਕਾਮਯਾਬ ਹੋਊਗਾ, ਅੱਗੇ ਜਾ ਕੇ ਬਣਾਊਗਾ, ਫਿਰ ਪ੍ਰਾਪਰਟੀ ਬਣਾਓ, ਜਿਹੜੇ ਬਣਾਈ ਬੈਠੇ ਉਹ ਛੱਡ ਆਈ ਜਾਂਦੇ। ਤੁਸੀਂ ਜਿਹੜੀ ਗੱਲ ਕਰ ਰਹੇ ਹੋ ਨਾ ਬੱਚਿਆਂ ਨੂੰ ਉਹ ਤਰੱਕੀ ਕਰਨੀ ਚਾਹੀਦੀ ਹੈ, ਉਹ ਅਸੀਂ ਕਿਸੇ ਬੱਚੇ ਨੂੰ ਫੋਰਸ ਨਹੀਂ ਕਰਦੇ ਆ, ਤੁਹਾਨੂੰ ਨਹੀਂ ਕਹਿੰਦੇ ਵੀ ਤੁਸੀਂ ਇਹ ਮੰਗ ਕਰੋ, ਪਰ ਇੱਕ ਦਿਨ ਤੁਸੀਂ ਵੀ ਆਓਗੇ, ਤੁਸੀਂ ਲੇਟ ਆ ਜਾਓਗੇ, ਕੋਈ ਪਹਿਲਾਂ ਆ ਗਿਆ ਵਾ, ਗੱਲ ਤਾਂ ਇੰਨੀ ਕੀ ਹੈ। ਤੁਹਾਨੂੰ ਕੀ ਲੱਗਦਾ ਵੀ ਜਿਹੜੇ ਭਾਰਤ ਦੇ ਵਿੱਚ ਸਿੱਖ ਕੌਮ ਨੂੰ ਕਿਸ ਤਰ੍ਹਾਂ ਦੀਆਂ ਹੁਣ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ? ਜਿਵੇਂ ਆਪਾਂ ਚੰਡੀਗੜ੍ਹ ਦੀ ਗੱਲ ਕਰਦੇ ਹਾਂ, ਬੋਲੀ ਦੀ ਪਾਸੇ ਡੈਮ ਚਲੇ ਗਏ, ਪਾਣੀ ਖੋਇਆ ਗਿਆ, ਉਹ ਤਾਂ ਇਹ ਚੀਜ਼ਾਂ ਤਾਂ ਹੁਣ ਲੰਘ ਚੁੱਕੀਆਂ, ਤਾਂ ਖੋਇਆ ਗਿਆ। ਹੁਣ ਤੁਹਾਨੂੰ ਲੱਗਦਾ ਵੀ ਮੌਜੂਦਾ ਸਮੇਂ 'ਚ ਕੋਈ ਸਮੱਸਿਆਵਾਂ ਬਹੁਤ ਵੱਡੀਆਂ ਸਿੱਖਾਂ ਦੇ ਸਾਹਮਣੇ ਜਾਂ ਹੁਣ ਜੂਝ ਰਹੇ ਆ ਉਹਦੇ ਨਾਲ? ਸਰ, ਹਿੰਦੁਸਤਾਨ ਗੁਲਾਮ ਹੋ ਗਿਆ ਸੀ। ਆਪਾਂ ਇਹ ਕਹਿੰਦੇ ਵੀ ਇਹ ਤਾਂ ਹੁਣ ਗੁਲਾਮ ਹੋ ਹੀ ਗਿਆ, ਤਾਂ ਖੋਏ ਗਿਆ, ਛੱਡੋ ਪਰੇ, ਫਿਰ ਉਹਨੂੰ ਆਜ਼ਾਦੀ ਮਿਲ ਜਾਂਦੀ। ਨਹੀਂ, ਉਹ ਤਾਂ ਚਲੋ ਚੱਲ ਹੀ ਰਹੀਆਂ। ਹੁਣ ਮੌਜੂਦਾ ਸਮੇਂ ਆਪਾਂ ਗੱਲ ਕੀ ਹੈ ਕਿ ਤੁਸੀਂ ਇਸ ਚੀਜ਼ ਨੂੰ ਸਮਝੋ ਕਿ ਜਿਹੜੀ ਸਿੱਖਾਂ ਦੀ ਲੜਾਈ ਹੈ, ਉਹ ਲੜਾਈ ਉਪਜੀ ਕਿਸ ਬੇਸ ਤੇ ਹੈ। ਸਿਰਫ ਇੱਕ, ਮੈਂ ਪਹਿਲਾਂ ਕਈ ਇੰਟਰਵਿਊ 'ਚ ਕਿਹਾ ਕਿ ਸਿਰਫ ਇੱਕ ਨਾਰਾ ਲਾਇਆ ਜਾ ਰਿਹਾ ਸੀ 1955 ਦੇ ਵਿੱਚ, ਪੰਜਾਬੀ ਸੂਬਾ ਜਿੰਦਾਬਾਦ। ਉਹਦੇ ਵਾਸਤੇ 200 ਸਿੰਘ ਤੁਸੀਂ ਮਾਰ ਕੇ ਸਰੋਵਰ ਖੂਨ ਨਾਲ ਭਰਤਾ। ਤਾਂ ਉਹ ਚੀਜ਼ਾਂ ਨੇ ਪਣਪਿਆਈਆਂ ਇਹ ਚੀਜ਼ਾਂ ਵੀ ਇਹ ਖਾਲਿਸਤਾਨ ਵੱਲ ਤੇ ਹਥਿਆਰਾਂ ਵੱਲ ਜਾਣ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਗ੍ਰਿਫਤਾਰ ਹੋਰ ਵੀ ਕਿਤੋਂ ਕੀਤਾ ਜਾ ਸਕਦਾ ਸੀ। ਭਾਈ ਅੰਮ੍ਰਿਤਪਾਲ ਜੀ ਨੂੰ ਗ੍ਰਿਫਤਾਰ ਉਹਨਾਂ ਦੇ ਘਰੋਂ ਵੀ ਕੀਤਾ ਜਾ ਸਕਦਾ ਸੀ। ਕੋਈ ਭਗੌੜੇ ਨਹੀਂ ਸੀ ਉਹਨਾਂ ਦੇ ਬੰਦੇ, ਕਿਸੇ ਕੇਸ 'ਚ ਪੀਓ ਨਹੀਂ ਸੀਗੇ, ਕੋਈ ਉਹਨਾਂ ਕੋਲੋਂ ਨਜਾਇਜ਼ ਅਸਲੇ ਜਾਂ ਬੰਬ ਜਾਂ ਕੋਈ ਕਤਲ ਜਾਂ ਕੋਈ ਮਰਡਰ ਕੀ ਕੀਤਾ ਉਹਨਾਂ ਨੇ। ਤਾਂ ਉਹਨਾਂ ਨੂੰ ਉਹ ਇੱਕ ਬਣਾ ਕੇ ਮਾਹੌਲ ਉੱਥੋਂ ਫੜਿਆ ਗਿਆ। ਸੰਤਾਂ ਪਹਿਲਾਂ ਵੀ ਪੇਸ਼ ਹੋਏ ਐ, ਸੰਤ ਥਾਣੇ 'ਚ ਵੀ ਗਏ ਨੇ, ਤੇ ਸੰਤਾਂ ਨੂੰ ਤਾਂ ਫਿਰ ਜੇ ਅਰੈਸਟ ਹੀ ਕਰਨਾ ਹੁੰਦਾ ਤਾਂ ਉੱਥੇ ਕੀਤਾ ਜਾ ਸਕਦਾ ਸੀ। ਗੁਰੂ ਗ੍ਰੰਥ ਸਾਹਿਬ ਨੂੰ ਪਾੜ ਕੇ ਰੂੜੀਆਂ ਨਾੜੀਆਂ ਤੇ ਖਿਲਾਰਤਾ। ਉਹਦਾ ਜਿਹੜੇ ਕੀਰਤਨ ਕਰ ਰਹੇ ਸੀ, ਵਿਰੋਧ ਕਰ ਰਹੇ ਸੀ ਵੀ ਆਹ ਕੁਝ ਹੋਇਆ, ਉਹਨਾਂ ਨੂੰ ਸਵੇਰੇ 2 ਗੋਲੀਆਂ ਨਾਲ ਮਾਰ ਦਿੱਤੇ ਗਏ ਸਿੰਘ ਕੋਟਕਪੂਰੇ। ਔਰ ਤੁਸੀਂ ਪੁੱਛ ਰਹੇ ਹੋ ਵੀ ਸਿੱਖਾਂ ਦੀ ਮੰਗ ਜਾਇਜ਼ ਹੈ ਕਿ ਨਹੀਂ? ਹੋਰ ਕੀ ਮੰਗ ਕਰਨ? ਹੋਰ ਮਾਰ ਦੋ ਆ ਕੇ ਸਾਡੇ। ਤੁਸੀਂ ਵੀ ਸਿੱਖ ਹੋ, ਤੁਸੀਂ ਦੱਸੋ ਹੋਰ ਕੀ ਮੰਗ ਕਰਨ? ਵੀ ਹੋਰ ਗੁਰੂ ਗ੍ਰੰਥ ਸਾਹਿਬ ਨੂੰ ਸਾਡੇ ਨੂੰ ਬੇਇੱਜ਼ਤ ਕਰੋ, ਸਾਨੂੰ ਕਰੋ। ਹੋਰ ਸਿੰਘ ਸਾਡੇ ਮਾਰ ਦੋ, 84 'ਚ ਮਾਰਤੇ, 78 'ਚ ਮਾਰਤੇ, 55 'ਚ ਮਾਰਤੇ। ਰੋਜ਼ ਨਸ਼ਿਆਂ ਨਾਲ ਮਾਰ ਰਹੇ ਆ, ਰੋਜ਼ ਜੰਗਲਾਂ ਸਮੁੰਦਰਾਂ 'ਚੋਂ ਲਾਸ਼ਾਂ ਮਿਲਦੀਆਂ, ਨੌਜਵਾਨ ਛੱਡ ਭੱਜ ਰਿਹਾ। ਜਿਹੜੇ ਹੁਣ ਆਪਾਂ ਬੇਅਦਬੀ ਦੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਜਾਂ ਹੋਰ ਮਸਲੇ ਹੈਗੇ, ਸਾਰੀਆਂ ਸਿਆਸੀ ਪਾਰਟੀਆਂ ਨੂੰ ਤੁਸੀਂ ਇੱਕ ਉਹਦੇ 'ਚ ਹੀ ਦੇਖਦੇ ਹੋ ਵੀ ਬਰਾਬਰੀ ਹੈ ਸਾਰੇ ਇੱਕੋ ਜਿਹੇ, ਜਾਂ ਕੋਈ ਫਰਕ ਲੱਗਦਾ ਤੁਹਾਨੂੰ ਵੀ ਆਹ ਠੀਕ ਆ ਪਾਰਟੀ ਇਹਦੇ 'ਚ? ਸਿਆਸੀ ਤੌਰ ਤੇ ਕਿਵੇਂ ਉਹਨਾਂ ਨੂੰ ਦੇਖਦੇ ਹੋ ਵੀ
ਸਰ ਦੇਖੋ, ਸਿਆਸੀ ਤੌਰ ਤੇ ਜੇ ਕਿਸੇ ਨੇ ਆਵਾਜ਼ ਇਹਦੀ ਚੱਕੀ ਹੈ ਜਾਂ ਝੰਡਾ ਬੁਲੰਦ ਰੱਖਿਆ ਹੈ, ਚਾਹੇ ਉਹਨਾਂ ਦੀ ਕਈ ਵਾਰੀ ਪੋਲੀਟੀਕਲੀ ਹੁੰਦਾ ਵੀ ਜਿੱਤ ਹੋ ਗਈ ਹਾਰ ਹੋ ਗਈ, ਮੈਂ ਉਸ ਚੀਜ਼ ਵਾਸਤੇ ਮੰਨਦਾ ਹੈ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਮੰਨਿਆ ਜਾਂਦਾ ਹੈ, ਉਹਨਾਂ ਨੂੰ ਹਰ ਮੰਚ ਤੇ ਸੱਦਿਆ ਜਾਂਦਾ ਹੈ। ਭਾਈ ਸਾਹਿਬ ਅੰਮ੍ਰਿਤਪਾਲ ਜੀ ਦੀ ਦਸਤਾਰਬੰਦੀ ਵੀ ਉਹਨਾਂ ਨੇ ਕੀਤੀ, ਉਹਨਾਂ ਨੂੰ ਜਿਹੜੇ ਸਿੰਘ ਜੇਲ੍ਹਾਂ ਚੋਂ ਆਉਂਦੇ ਉਹ ਆ ਕੇ ਮਿਲਦੇ ਵੀ ਹੈ, ਇਹ ਵੀ ਉਹਨਾਂ ਦੀ ਪੈਰਵਾਈ ਕਰਦੇ ਨੇ। ਤੇ ਉਹ ਜਿਹੜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਉਸ ਨੂੰ ਮੈਂ ਮੰਨਦਾ ਕਿ ਉਹ ਪਾਰਟੀ ਹੈ ਜੀ ਹੈਗੀ ਜਿਹਨੇ ਜਿਨ੍ਹਾਂ ਦਾ ਬੇਸਿਕ ਸਟਰਕਚਰ ਜਾਂ ਢਾਂਚਾ ਇਦਾਂ ਦਾ ਜਾਂ ਸਿਸਟਮ ਇਦਾਂ ਦਾ ਜਾਂ ਜੋ ਉਹਨਾਂ ਦੀਆਂ ਜੜ੍ਹਾਂ ਨੇ ਉਹ ਪੰਥਕ ਨੇ, ਉਹ ਚਾਹੁੰਦੇ ਆ ਵੀ ਉਹਨਾਂ ਦਾ ਬੇਸ ਜਿਹੜਾ ਇੱਕ ਸਿੱਖ ਨੇਸ਼ਨ ਦੀ ਪਾਲਿਸੀ ਤੇ ਪੋਲਿਟਿਕਸ ਵਾਲਾ। ਇੱਕ ਜਿਵੇਂ ਗੱਲ ਚੱਲਦੀ ਹੈ ਵੀ ਕੁਝ ਸਾਡੇ ਬਹੁਤ ਵੱਡੇ ਪੱਧਰ ਤੇ ਨੌਜਵਾਨ ਖਾੜਕੂਵਾਦ ਵੇਲੇ ਉਹਨਾਂ ਨੂੰ ਖਤਮ ਕੀਤਾ ਗਿਆ, ਕੁਝ ਇਹ ਹੈ ਵੀ ਅੱਧਿਆਂ ਨੂੰ ਇੱਥੋਂ ਭਜਾਇਆ ਜਾ ਰਿਹਾ ਇੱਕ ਤਰੀਕੇ ਨਾਲ, ਫਿਰ ਜਿਹੜਾ ਨਸ਼ਿਆਂ ਦਾ ਹੈਗਾ ਹੁਣ ਕਹਿੰਦੇ ਵੀ ਨਸ਼ਿਆਂ ਨਾਲ ਮਾਰਿਆ ਜਾ ਰਿਹਾ ਹੈ, ਇਹਦੇ ਤੇ ਤੁਹਾਡਾ ਕੀ ਹੈਗਾ? ਸਰ, ਜਦੋਂ ਕਿਸੇ ਚੀਜ਼ ਨੂੰ ਤੁਸੀਂ ਖਤਮ ਕਰਨਾ ਹੋਵੇ ਔਰ ਤੁਸੀਂ ਪਾਵਰ 'ਚ ਹੋ ਔਰ ਉਹ ਦੂਜੀ ਕੌਮ ਮਿਨੋਰਟੀ 'ਚ ਹੈ, ਤਾਂ ਉਹ ਤੁਸੀਂ ਉਹਨੂੰ ਕਿਸੇ ਵੀ ਹਰ ਇੱਕ ਢੰਗ ਨਾਲ ਉਸ ਨੂੰ ਤੁਸੀਂ ਖਤਮ ਕਰਨ ਦੀ ਕੋਸ਼ਿਸ਼ ਕਰਨੀ ਹੈ, ਔਰ ਉਹ ਹੋ ਰਿਹਾ ਹੈ। ਔਰ ਉਹ ਪ੍ਰੈਕਟੀਕਲੀ ਆਪਣੇ ਸਾਹਮਣੇ ਉਹ ਸਾਰੀਆਂ ਚੀਜ਼ਾਂ ਹੈਗੀਆਂ, ਉਹ ਪ੍ਰਤੱਖ ਨੇ। ਉਹ ਜਿਹੜੇ ਫੇਕ ਇਨਕਾਊਂਟਰ ਕੀਤੇ ਗਏ ਜਾਂ ਨਸ਼ਿਆਂ ਨਾਲ ਬੰਦੇ ਮਾਰੇ ਗਏ ਜਾਂ ਜਿਹੜੇ ਪੁਲਿਸ ਵਾਲੇ ਨਸ਼ਾ ਵੇਚਦੇ ਨੇ, ਉਹ ਡੀਐਸਪੀ ਭੋਲੇ ਵਰਗੇ ਹੁਣੇ ਆਈਜੀ ਮੋਗਾ ਤੋਂ ਫੜੇ ਗਏ ਨੇ, ਤਾਂ ਸਜ਼ਾ ਜਾਬਤ ਨੇ। ਉਹ ਇਸੇ ਕਾਨੂੰਨ ਨੇ, ਜਿਹੜੀ ਕਾਨੂੰਨ ਦੀ ਸੰਵਿਧਾਨ ਦੀ ਗੱਲ ਕਰਦੇ, ਇਹਨਾਂ ਨੇ ਸਜ਼ਾ ਦਿੱਤੀ ਹੈ। ਪਿੰਕੀ ਕੈਟ ਵਰਗੇ ਆ ਕੇ ਪੁਲਿਸ ਮੁਲਾਜ਼ਮ ਦੱਸਦੇ ਆ ਵੀ ਅਸੀਂ ਫੇਕ ਇਨਕਾਊਂਟਰ ਕੀਤੇ ਨੇ। ਫੇਕ ਇਨਕਾਊਂਟਰਾਂ ਦੇ ਕੇਸ 'ਚ ਬਥੇਰੇ ਮੁਲਾਜ਼ਮ ਅੰਦਰ ਬੈਠੇ ਨੇ ਜਿਹੜੇ ਸਜ਼ਾ ਜਾਬਤਾ ਨੇ। ਚਿੱਟੇ ਦੇ ਕੇਸ 'ਚ ਬੜੇ ਅੰਦਰ ਬੈਠੇ ਨੇ ਮੁਲਾਜ਼ਮ ਹੀ, ਤਾਂ ਉਹ ਤਾਂ ਨਾੜਾਂ 'ਚ ਜੜ੍ਹਾਂ 'ਚ ਪਾਇਆ ਜਾ ਰਿਹਾ ਨਾ। ਉਹਦੇ 'ਚ ਤਾਂ ਕਾਨੂੰਨ ਮੁਤਾਬਕ ਹੀ ਲਿਖਿਆ ਗਿਆ ਹੈ ਵੀ ਇੰਨੇ ਬੰਦੇ ਨਸ਼ੇ ਨਾਲ ਮਰੇ ਆ। ਜਦੋਂ ਕਿਸੇ ਦੀ ਮੌਤ ਹੁੰਦੀ ਆ, ਪੋਸਟਮਾਰਟਮ ਰਿਪੋਰਟ ਹੁੰਦੀ ਆ, ਉਹਦੇ 'ਚ ਆਉਂਦਾ ਵੀ ਇੱਕ ਆਦਮੀ ਨਾਲ ਮਰਿਆ, ਤਾਂ ਉਹਦੇ ਵਿੱਚ ਇਹ ਵੀ ਆਉਂਦਾ ਜੇ ਕਿਸੇ ਨੇ ਨਜਾਇਜ਼ ਮਾਰਿਆ ਤੈਨੂੰ ਸਜ਼ਾ ਹੋਈ ਹੈ ਤੇ ਉਹ ਆ ਕੋਰਟ ਆਰਡਰ ਪਏ ਨੇ। ਤਾਂ ਉਹ ਤਾਂ ਬਿਲਕੁਲ ਪ੍ਰੈਕਟੀਕਲੀ ਹੋ ਹੀ ਰਿਹਾ ਨਾ। ਉਸ ਨੂੰ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਪੰਜਾਬ 'ਚ ਨਸ਼ਾ ਹੈ ਨਹੀਂਗਾ? ਫਿਰ ਇੰਨੇ ਨਸ਼ਾ ਛਡਾਓ ਕਾਹਦੇ ਵਾਸਤੇ ਖੇਡ ਖੋਲ੍ਹੇ ਆ ਕੇਂਦਰ? ਇਹਨਾਂ 'ਚ ਕੀ ਕਰਾਉਣਾ ਫਿਰ? ਜੇ ਨਸ਼ਾ ਨਹੀਂ ਤਾਂ ਫਿਰ ਨਸ਼ੇ ਛਡਾਓ ਕੇਂਦਰਾਂ ਦੀ ਕੀ ਲੋੜ ਪੈਗੀ ਜੀ? ਇਹਦੇ 'ਚ ਜਿਵੇਂ ਸਾਰੇ ਮਸਲੇ ਆ, ਬੇਅਦਬੀ ਦਾ, ਨਸ਼ੇ ਦਾ, ਹੋਰ ਹੈ, ਇਹ 'ਚ ਤੁਸੀਂ ਪੰਥਕ ਜਿਹੜੀਆਂ ਜਿੰਨੀਆਂ ਵੀ ਤਰ੍ਹਾਂ ਹੈਗੀਆਂ ਉਹਨਾਂ ਦਾ ਰੋਲ ਕਿਵੇਂ ਦੇਖਦੇ ਹੋ? ਸਰ ਦੇਖੋ, ਹਰ ਇੱਕ ਬੰਦੇ ਦਾ ਕੰਮ ਕਰਨ ਦਾ ਤਰੀਕਾ ਹੁੰਦਾ। ਜਿਸ ਤਰ੍ਹਾਂ ਮੈਂ ਪਰਸਨਲੀ ਇਹ ਮੰਨਦਾ ਕਿ ਜਦੋਂ ਭਾਈ ਸਾਹਿਬ ਨਾਲ ਆ ਕੁਛ ਹੋਇਆ ਔਰ ਬਹੁਤ ਸਾਰੇ ਨਜਾਇਜ਼ ਬੰਦੇ ਚੱਕ ਲਏ ਗਏ, ਬਾਅਦ ਛੱਡ ਦਿੱਤੇ ਗਏ, ਤਾਂ ਉਦੋਂ ਇੱਕ ਬਹੁਤ ਵੱਡੀ ਆਵਾਜ਼ ਉੱਠਣੀ ਚਾਹੀਦੀ ਸੀ। ਉਹਨਾਂ ਦੇ ਆਪਣਾ ਹੱਕ 'ਚ ਲੋਕਾਂ ਨੂੰ ਆਉਣਾ ਚਾਹੀਦਾ ਸੀ। ਹਰ ਇੱਕ ਹੀ ਪਤਨਿਕ ਧਰਨਾ ਲੱਗਿਆ ਸੀ, ਉਹਦਾ ਦੇਖੋ ਕਿਵੇਂ ਇੱਕ ਤਰ੍ਹਾਂ ਦਾ ਅਸੈਸੀਨੇਟ ਕਰ ਦਿੱਤਾ ਗਿਆ, ਮੋਟਰਸਾਈਕਲ ਚੱਕ ਕੇ। ਉੱਦਾਂ ਦੇ ਘੱਟੋ ਘੱਟ 50 ਲੱਗਣੇ ਚਾਹੀਦੇ ਸੀ। ਹਰ ਇੱਕ ਬੰਦੇ ਨੂੰ ਉਹਦੇ ਵਾਸਤੇ ਮੂਹਰੇ ਸੜਕਾਂ ਤੇ ਆਉਣਾ ਚਾਹੀਦਾ ਸੀ ਕਿ ਸਾਡੀ ਗਲਤੀ ਦੱਸੋ ਕੀ ਹੈ। ਗਲਤੀ ਹੈ ਤਾਂ ਉਹਨੂੰ ਤੁਸੀਂ ਕਾਨੂੰਨ ਮੁਤਾਬਕ ਟੈਕਲ ਕਰੋ, ਪਰ ਇਹ ਨਹੀਂ ਹੈ ਵੀ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਵਹੀਰ ਕੱਢਣ ਜਾ ਰਿਹਾ, ਉੱਥੋਂ ਜਿਹੜਾ ਮਿਲ ਗਿਆ ਤੁਸੀਂ ਸਾਰੇ ਚੱਕ ਲਓ, ਫਿਰ ਉਹਨਾਂ ਨੂੰ ਛੱਡ ਦਿਓ, ਚਲੋ ਕੋਈ ਨਹੀਂ ਜੀ, ਇਹਨਾਂ ਦਾ ਕੋਈ ਕਸੂਰ ਨਹੀਂ। ਅਗਲੇ ਦਾ ਤਾਂ ਸਾਰਾ ਰਿਕਾਰਡ ਕਾਗਜ਼ ਤੁਸੀਂ ਕਾਲੇ ਕਰਤੇ ਨਾ, ਨਿੱਕੇ ਨਿੱਕੇ ਬੱਚੇ ਵੀ ਚੱਕ ਲਏ। ਤਾਂ ਉਹਦੇ ਵਿੱਚ ਤਾਂ ਇਹ ਪੰਥਕ ਧਿਰਾਂ ਦਾ ਰੋਲ ਬਹੁਤ ਜ਼ਿਆਦਾ ਉਦੋਂ ਪੁਖਤਾ ਹੋ ਜਾਂਦਾ ਹੈ, ਕਿਉਂਕਿ ਉਦੋਂ ਭਾਈ ਸਾਹਿਬ ਨੇ ਕਿਹਾ ਵੀ ਸਰਬਤ ਖਾਲਸਾ ਹੋਣਾ ਚਾਹੀਦਾ। ਸਰਬਤ ਖਾਲਸੇ ਦੀ ਮੰਗ ਕੀਤੀ ਗਈ ਹੈ। ਵਿਸਾਖੀ ਤੇ ਇਕੱਠ ਦੀ ਮੰਗ ਕੀਤੀ ਗਈ, ਉਹ ਇਕੱਠ ਨਹੀਂ ਹੋਣ ਦਿੱਤਾ ਗਿਆ। ਮੈਂ ਤਾਂ ਤੁਹਾਨੂੰ ਕਹਿ ਰਿਹਾ ਨਾ, ਜਦੋਂ ਐਸਜੀਪੀਸੀ ਚੋਣਾਂ 'ਚ ਕਿਹਾ ਜਾਂਦਾ ਯਾਰ ਵੀ ਬਾਦਲ ਸਾਹਿਬ ਉੱਥੇ ਕਬਜ਼ਾ ਕਰ ਗਏ ਜੀ ਐਸਜੀਪੀਸੀ ਤੇ, ਉਹ ਜਿਹੜੀਆਂ ਪੰਥਕ ਧਿਰਾਂ ਹੁਣ ਵੀ ਜਿਵੇਂ ਜੇ ਇਲੈਕਸ਼ਨ ਅੱਜ ਕਰਾ ਲਓ, ਉਹ ਜਿਹੜੇ ਬਰਾਬਰ ਹੈ ਅਕਾਲੀ ਦਲ ਬਾਦਲ ਦੇ ਜਿਹੜੇ ਬਰਾਬਰ ਖੜੇ ਆ ਬੰਦੇ, ਉਹਨਾਂ ਨੇ ਆਪਦੀਆਂ ਪੇਟੀਆਂ ਰੱਖੀਆਂ, 10 ਹੋਣ 12 ਹੋਣ, ਉਹ ਇੱਕ ਝੰਡੇ ਥੱਲੇ ਨਹੀਂ ਇਕੱਠੇ ਹੁੰਦੇ। ਸਰ ਉਹ ਤਾਂ ਇੱਕ ਤਰ੍ਹਾਂ ਦੇ ਮੈਕਸੀਮਮ ਬੰਦੇ, ਮੈਂ ਸਾਰੇ ਨਹੀਂ ਕਹਾਂ, ਗੋਲਕ ਚੋਰ ਨੇ। ਉਹਨਾਂ ਦਾ ਮਕਸਦ ਪ੍ਰਧਾਨਗੀਆਂ ਲੈਣਾ ਜਾਂ ਪੈਸਾ ਕਮਾਉਣਾ ਜਾਂ ਲੁੱਟ ਖੋਹ ਕਰਨਾ ਹੈ। ਉਹ ਮਤਲਬ ਉਹ ਜੱਗਾ ਡਾਕੂ ਦਾ ਡਾਇਰੈਕਟਲੀ ਲੁੱਟਦਾ ਸੀ, ਇਹ ਇਨਡਾਇਰੈਕਟਲੀ ਲੁੱਟਦੇ ਨੇ, ਚਿੱਟੇ ਕੱਪੜੇ ਪਾ ਕੇ ਲੁੱਟਦੇ ਆ, ਹੈਗੇ ਇਹ ਵੀ ਡਾਕੂ ਹੀ। ਪੰਥਕ ਗੱਲ ਕਰਨ ਵਾਲੇ ਤਾਂ ਇੱਕ ਬੰਦੇ ਸੀ, ਹਰੀਕੇ ਪਤਨ, ਜਿਨ੍ਹਾਂ ਨੇ ਸਿੱਖ ਕੌਮ ਵਾਸਤੇ ਧਰਨਾ ਲਾਇਆ, ਉਹਨਾਂ ਦਾ ਹਸ਼ਰ ਦੇਖ ਲਓ ਕੀ ਹੋ ਗਿਆ। ਉਹ ਤਾਂ ਪੋਲੀਟੀਕਲ ਬੰਦੇ ਨੇ, ਕਈਆਂ ਦਾ ਤਾਂ ਟਾਰਗੇਟ ਕੁਰਸੀ ਹੈ ਨਾ। ਜਿਹੜਾ ਬੰਦਾ ਕਹਿ ਹੀ ਰਿਹਾ ਵੀ ਮੈਂ ਐਮਐਲਏ ਐਮਪੀ ਦੀ ਜਾਂ ਚੋਣ ਲੜਨੀ ਹੈ, ਮੈਨੂੰ ਹਰ ਢੰਗ ਨਾਲ ਜਿੱਤਣਾ, ਤਾਂ ਔਰ ਇੱਥੋਂ ਜਿਹੜੇ ਬੈਨੀਫਿਟ ਤਨਖਾਹਾਂ ਮਿਲਣਗੀਆਂ, ਤੇਲ ਮਿਲਣਗੇ, ਗੱਡੀਆਂ ਮਿਲਣਗੀਆਂ, ਸਹੂਲਤਾਂ ਮਿਲਣਗੀਆਂ, ਮੈਂ ਲੈਣੀਆਂ।
ਤਾਂ ਉਹ ਤਾਂ ਪੋਲੀਟੀਸ਼ੀਅਨਸ ਆ ਗਏ ਨਾ ਸਰ। ਪੋਲੀਟੀਸ਼ੀਅਨਸ ਦਾ ਤਾਂ ਆਪਾਂ ਦੇਖ ਹੀ ਰਹੇ ਹਾਂ ਵੀ 75 ਸਾਲਾਂ ਜੋ ਆਪਣੇ ਮੁਲਕ 'ਚ ਰੰਗ ਭਾਗ ਲਾਏ ਆ ਉਹਨਾਂ ਨੇ। ਵੀ ਤਾਂ ਤੁਸੀਂ ਮੰਨਦੇ ਹੋ ਇਹ ਵੀ ਜਿਹੜਾ ਵੋਟਾਂ ਵਾਲਾ ਸਿਸਟਮ ਹੈ, ਡੈਮੋਕ੍ਰੇਸੀ ਹੈ, ਉਹਦੇ ਨਾਲ ਲੋਕਾਂ ਦਾ ਭਲਾ ਨਹੀਂ ਹੋ ਸਕਦਾ? ਸਰ ਡੈਮੋਕ੍ਰੇਸੀ ਦੇ ਨਾਲ ਭਲਾ ਹੋ ਸਕਦਾ ਹੈ, ਡੈਮੋਕ੍ਰੇਸੀ ਹੀ ਹੁੰਦੀ ਹੈ ਮੁਲਕ ਦੇ ਵਿੱਚ, ਹਰ ਇੱਕ ਚ ਡੈਮੋਕ੍ਰੇਸੀ ਹੀ ਚਲਾਉਂਦੀ ਹੈ। ਪਰ ਜਿਹੜੇ ਡੈਮੋਕ੍ਰੇਟ ਨੇ, ਜਿਹੜੇ ਬੰਦੇ ਨੇ ਉਹ 117 ਬੰਦੇ ਜਾਂ 13 MP ਜਾਂ ਉਹ ਆਪਾਂ ਨੂੰ ਪੰਥਕ ਸੋਚ ਵਾਲੇ ਜਾਂ ਸਿੱਖੀ ਦੀ ਭਲਾਈ ਵਾਲੇ ਜਾਂ ਕੌਮ ਦੀ ਭਲਾਈ ਵਾਲੇ ਜਾਂ ਪੰਜਾਬ ਦੀ ਭਲਾਈ ਵਾਲੇ ਚਾਹੀਦੇ ਨੇ ਜੀ। ਜਦੋਂ ਇੱਕ ਮੁਲਕ ਦੇ ਪ੍ਰਧਾਨ ਮੰਤਰੀ ਨੂੰ ਹੀ ਕਰਪਸ਼ਨ ਦੇ ਕੇਸ ਦੇ ਵਿੱਚ ਅੰਦਰ ਕਰ ਦਿੱਤਾ ਜਾਵੇ, PV ਨਰਸਿਮਹਾ ਰਾਓ ਜੀ ਨੂੰ ਇੱਕ ਵਾਰੀ ਉਹਨਾਂ ਦੇ ਕੇਸ ਪੈ ਗਿਆ ਸੀ, ਤਾਂ ਡੈਮੋਕ੍ਰੇਸੀ ਮਾੜੀ ਨਹੀਂ ਹੈ। ਡੈਮੋਕ੍ਰੇਸੀ ਦੇ ਵਿੱਚੋਂ ਜਿਹੜੇ ਬੰਦੇ ਨਿਕਲ ਕੇ ਅੱਗੇ ਆਉਂਦੇ ਔਰ ਜਿਹੜੇ ਉਹਨੂੰ ਚਲਾਉਂਦੇ ਆ ਡੈਮੋਕ੍ਰੇਸੀ ਨੂੰ ਜੀ, ਉਹ ਮਾੜੇ ਨੇ। ਡੈਮੋਕ੍ਰੇਸੀ ਕਿਵੇਂ ਮਾੜੀ ਹੋ ਸਕਦੀ ਹੈ? ਡੈਮੋਕ੍ਰੇਸੀ ਦੀ ਤਾਂ ਸਾਰੀ ਦੁਨੀਆ ਚੱਲ ਰਹੀ ਹੈ। ਇਹਦੇ ਵਿੱਚ ਡੈਮੋਕ੍ਰੇਸੀ ਤੇ ਬਥੇਰੇ ਚੰਗੇ ਮੁਲਕ ਚੱਲ ਰਹੇ ਆ ਜਿਨ੍ਹਾਂ ਨੇ ਆਪਦਾ ਧਰਮ ਵੀ ਅਪਣਾਇਆ ਹੋਇਆ, ਮੁਲਕਾਂ ਦੇ ਵਿੱਚ ਟੌਪ ਦੀ ਦੁਨੀਆ ਦੇ ਵਿੱਚ ਟੌਪ ਦੀ ਲਿਸਟ 'ਚ ਸ਼ਾਮਲ ਨੇ ਔਰ ਉਹ ਚੱਲ ਰਹੇ ਨੇ, ਉਹ ਡੈਮੋਕ੍ਰੇਟ ਵੀ ਨੇ। ਤਾਂ ਉਹ ਤਾਂ ਜਿਹੜੇ ਬੰਦੇ ਚੁਣ ਕੇ ਆਉਂਦੇ ਆ ਜਾਂ ਕੋਈ ਗਲਤ ਹੈ, ਜਾਂ ਫਾਰ ਐਗਜ਼ਾਮਪਲ ਆਪਾਂ ਲਈਏ, ਮੰਨ ਲਓ ਆਮ ਆਦਮੀ ਪਾਰਟੀ ਇੱਕ ਚੰਗਾ ਕੰਮ ਕਰ ਰਹੀ ਹੈ ਪਰ ਇਹਨਾਂ ਨੇ ਵੀ ਆਪਦੇ 2 ਬੰਦੇ ਕੱਢ ਰਹੇ, ਯਾਨੀ ਕਿ ਉਹ ਕਰਪਸ਼ਨ ਕਰ ਰਹੇ ਸੀ, ਫਿਰ ਉਹ ਤਾਂ ਡੈਮੋਕ੍ਰੇਸੀ ਦੇ ਕਾਬਿਲ ਨਹੀਂ ਨਾ ਹੋਏ ਜੀ, ਉਹ ਤਾਂ ਡੈਮੋਕ੍ਰੇਸੀ ਦੇ ਕਾਬਿਲ ਨਹੀਂ ਹੈਗੇ। ਤਾਂ ਉਹ ਡੈਮੋਕ੍ਰੇਸੀ ਮਾੜੀ ਨਹੀਂ ਹੈ। ਡੈਮੋਕ੍ਰੇਸੀ ਦੇ ਵਿੱਚੋਂ ਨਿਕਲ ਕੇ ਜਿਹੜੇ ਬੰਦੇ ਕਰਪਸ਼ਨ ਦੇ ਬੇਸ ਤੇ ਆ ਕੇ ਕਰਪਸ਼ਨ ਹੀ ਕਰਦੇ ਆ, ਉਹ ਮਾੜੇ ਨੇ। ਚਲੋ ਅਖੀਰ ਵਿੱਚ ਆਪਾਂ ਇਹ ਗੱਲ ਕਰਾਂਗੇ ਵੀ ਜਿਵੇਂ ਕੀ ਦੇਖਦੇ ਹੋ ਹੁਣ ਤੁਸੀਂ ਸਾਰੇ ਮਸਲੇ, ਜਿਵੇਂ ਬੇਅਦਬੀ ਦਾ, ਨਸ਼ਾ ਵਿਕ ਰਿਹਾ ਹੈ, ਹੋਰ ਇੱਥੇ ਤਸ਼ੱਦਦ ਦੇ ਰੂਪ 'ਚ ਕਈ ਚੀਜ਼ਾਂ ਵਾਪਰ ਰਹੀਆਂ, ਉਹ 'ਚ ਕਿਵੇਂ ਦੇਖਦੇ ਹੋ ਵੀ ਜੇ ਆਪਾਂ ਡੈਮੋਕ੍ਰੇਸੀ ਵਾਲੇ ਰਾਹ 'ਤੇ ਚੱਲਦੇ ਹਾਂ, ਉਹ 'ਚ ਬੰਦੇ ਚੰਗੇ ਕਿਵੇਂ ਅੱਗੇ ਆਉਣਗੇ ਹਰ ਤਰ੍ਹਾਂ ਦੇ, ਚਾਹੇ GPC ਹੋਵੇ, ਚਾਹੇ ਵਿਧਾਨ ਸਭਾ, ਚਾਹੇ MP ਬਣਾਉਣੇ ਹੋਣ, ਉਹ ਕਿਵੇਂ ਚੰਗੇ ਲੋਕ ਕਿਵੇਂ ਅੱਗੇ ਆਉਣਗੇ? ਸਰ ਦੇਖੋ, ਚੰਗੇ ਲੋਕਾਂ ਨੂੰ ਅੱਗੇ ਲਿਆਉਣ ਦਾ ਇੱਕੋ ਇੱਕ ਤਰੀਕਾ ਜਾਂ ਇੱਕੋ ਇੱਕ ਆਪਣੇ ਕੋਲੇ ਰਾਸਤਾ ਹੁੰਦਾ, ਉਹ ਹੁੰਦਾ ਪ੍ਰਚਾਰ ਤੇ ਐਜੂਕੇਸ਼ਨ। ਪ੍ਰਚਾਰ ਜੇ ਉਸ ਚੀਜ਼ ਦਾ ਸਹੀ ਢੰਗ ਨਾਲ ਕੀਤਾ ਜਾਵੇ ਕਿ ਧਰਮ ਦਾ ਰਾਸਤਾ ਵਧੀਆ ਹੈ, ਇਸ ਧਰਮ ਦੇ ਰਾਸਤੇ ਨੂੰ ਸਿਰਫ AK-47 ਤੇ ਜਾ ਕੇ ਨਾ ਰੋਕ ਦਿਆ ਕਰੋ ਕਿ ਇਹ AK-47 ਬੇਗਮਪੁਰਾ, ਸਰਕਾਰੀ ਖਾਲਸਾ ਜਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਸਕੋਲਰਾਂ ਨੇ ਦੁਨੀਆ ਦੇ ਨੇ ਇਕੱਠੇ ਹੋ ਕੇ ਕਿਹਾ ਕਿ ਦੁਨੀਆ ਦਾ ਸਭ ਤੋਂ ਵਧੀਆ ਰਾਜ ਸੀ। ਇਹ ਉਸ ਤਰ੍ਹਾਂ ਦੀਆਂ ਜੇ ਐਗਜ਼ਾਮਪਲਾਂ ਦਿਖਾਵਾਂਗੇ, ਸੈੱਟ ਕਰਾਂਗੇ, ਉਹਨਾਂ ਨੂੰ ਇਹ ਸਮਝ ਆਊਗੀ ਵੀ ਅਸੀਂ ਇਸ ਤਰ੍ਹਾਂ ਦਾ ਰਾਜ ਬਣਾ ਸਕਦੇ ਹਾਂ, ਅਸੀਂ ਉਹ ਰਾਜ ਕੀਤਾ, ਅਸੀਂ ਰਾਜ ਮੰਨਿਆ, ਤਾਂ ਉਹ ਫਿਰ ਉਹ ਜਦੋਂ ਬੰਦਾ ਉਸ ਚੀਜ਼ ਨੂੰ ਦੇਖੇਗਾ, ਸੁਣੇਗਾ, ਤਾਂ ਉਹ ਤੋਂ ਕਨਵਿੰਸ ਹੋਏਗਾ। ਉਹਨਾਂ ਚੀਜ਼ਾਂ ਦੇ ਪ੍ਰਚਾਰ ਦੀ ਲੋੜ ਹੈ। ਇੱਥੇ ਜਦੋਂ ਕੋਈ ਪੰਥਕ ਗੱਲ ਜਾਂ ਸਿੱਖ ਧਰਮ ਦੀ ਗੱਲ ਕਰਦਾ ਹੈ, ਉਹਦੇ ਤੇ AK-47 ਫੋਟੋ 'ਚ ਹੀ ਮਗਰ ਹੀ ਟੰਗ ਦਿੰਦੇ ਆ ਉਹਦੇ। ਉਹ ਗੱਲ ਤਾਂ ਉਹਦੇ ਧਰਮ ਦੀ ਕਰ ਰਿਹਾ, ਉਹ ਤਾਂ ਉਹਦੇ ਗੱਲ ਆਪਦੇ ਧਰਮ ਨੂੰ ਬਚਾਉਣ ਦੀ ਕਰ ਰਿਹਾ, ਤਾਂ ਉਹਦੇ ਮਗਰ ਤਾਂ ਚੀਜ਼ਾਂ ਟੰਗਣ ਦੀ ਲੋੜ ਨਹੀਂ ਆ। ਉਹਨੂੰ ਇੱਕ ਹਊਆ ਬਣਾ ਕੇ ਉਸ ਨੂੰ ਪੇਸ਼ ਕਰ ਦਿੱਤਾ ਜਾਂਦਾ ਕਿ ਜੇ ਕੋਈ ਆਪਦੇ ਧਰਮ ਦੀ ਗੱਲ ਆ ਕੇ ਕਰਦਾ ਜਾਂ ਅੰਮ੍ਰਿਤ ਸੰਚਾਰ ਦੀ ਗੱਲ ਕਰਦਾ ਤਾਂ ਉਹ AK-47 ਦੀ ਗੱਲ ਹੀ ਕਰੇਗਾ। ਉਹ ਤਾਂ ਹਾਲਾਤ ਇਦਾਂ ਦੇ ਬਣਾ ਦਿੱਤੇ ਜਾਂਦੇ ਨਾ। ਜੇ ਆਪਾਂ ਉਸ ਚੀਜ਼ ਨੂੰ ਪ੍ਰਚਾਰ ਹੀ ਕਰੀਏ ਵੀ ਇਹ ਸਿੱਖ ਧਰਮ ਇੰਨਾ ਸੋਹਣਾ ਧਰਮ ਹੈ, ਇਸ ਦੇ ਵਿੱਚ ਦੁਨੀਆ ਦੇ ਹਰ ਇੱਕ ਦੇਸ਼ ਦੇ ਵਿੱਚ ਗੁਰਦੁਆਰੇ ਨੇ ਐਟ ਪ੍ਰੈਜ਼ੈਂਟ, ਇਸ ਦੇ ਰਾਹੀਂ ਕਿੰਨੀ ਖਾਲਸਾ ਏਡ ਤੇ ਕਿੰਨੇ ਹੁਣ ਜਿਹੜੇ ਉੱਥੇ ਖਾਲਸਾ ਏਡ ਵਾਲੇ ਅੱਡ-ਅੱਡ ਮੁਲਕਾਂ 'ਚ ਜਾ ਕੇ ਇੰਨੀ ਲੋਕਾਂ ਦੀ ਸੇਵਾ ਕਰਦੇ ਨੇ, ਪਲੱਸ ਹੁਣ ਪਟਿਆਲੇ 'ਚ ਜਿਹੜੇ ਸਿੰਘ ਲੋਕਾਂ ਨੂੰ ਲੰਗਰ ਤੇ ਉਹ ਛਕਾ ਰਿਹਾ, ਫਿਰ ਉਹਨਾਂ ਤੇ ਵੀ ਦਿਖਾਓ ਵੀ ਇਹ ਵੀ ਅੱਤਵਾਦੀ ਨੇ, ਦੇਖੋ ਅੱਤਵਾਦੀ ਕਿਵੇਂ ਲੰਗਰ ਛਕਾ ਰਹੇ। ਉਹਨਾਂ ਨੂੰ ਇੱਕ ਨੈਰੇਟਿਵ ਇਦਾਂ ਦਾ ਬਣਾ ਦਿੱਤਾ ਜਾਂਦਾ ਹੈ ਕਿ ਜੇ ਕੋਈ ਧਰਮ ਦੀ ਗੱਲ ਕਰੇ ਉਹਨੂੰ ਨੈਗੇਟਿਵਿਟੀ ਨਹੀਂ ਹੈ। ਇੱਕ ਜੇ ਤੁਸੀਂ ਇੰਨੀਆਂ ਸਰਕਾਰਾਂ ਬਦਲ ਦੇਖਦੇ ਹੋ, 5 ਸਾਲਾਂ ਬਾਅਦ ਬਦਲ ਲੈਂਦੇ ਹੋ, ਇੱਕ ਮੌਕਾ ਇੱਕ ਪੰਥਕ ਸਰਕਾਰ ਨੂੰ ਵੀ ਮਿਲਣਾ ਚਾਹੀਦਾ, ਸਿੱਖਾਂ ਨੂੰ ਵੀ ਮਿਲਣਾ ਚਾਹੀਦਾ, ਫੇਰ ਹੀ ਪਤਾ ਲੱਗੇਗਾ ਨਾ। ਕਿਸੇ ਬੱਚੇ ਦਾ ਟੈਸਟ ਲਏ ਬਿਨਾਂ ਤੁਸੀਂ ਕਿਵੇਂ ਪਾਸ ਫੇਲ ਕਰ ਸਕਦੇ ਹੋ ਉਹਨੂੰ? ਨਹੀਂ, ਉਹ ਤਾਂ ਇਹ ਵੀ ਕਿਹਾ ਜਾਂਦਾ, ਚਲੋ ਆਪਾਂ ਅਖੀਰ 'ਚ ਹੀ ਆ, ਵੈਸੇ ਤਾਂ ਇਹ ਵੀ ਕਿਹਾ ਜਾਂਦਾ ਵੀ ਹੁਣ ਭਾਈ ਸਿੱਖ ਚਿਹਰਾ ਹੀ ਸੀ, ਬਾਦਲ ਹੈ, ਕੈਪਟਨ ਹੈ, ਹੁਣ ਭਗਵੰਤ ਮਾਨ ਨੂੰ ਵੀ ਭਾਈ ਤੁਹਾਡੇ ਸਾਹਮਣੇ ਸਿੱਖ ਚਿਹਰਾ ਦੇਵਾਂਗੇ ਤੁਹਾਨੂੰ ਪੱਗ ਵਾਲਾ, ਤੁਸੀਂ ਕਹਿੰਦੇ ਹੋ ਵੀ ਸਿੱਖ ਹੋਵੇ। ਇਸ ਗੱਲ ਨੂੰ ਤੁਸੀਂ ਮੈਂ ਸਿੱਖ ਹੋਣ ਦੀ ਗੱਲ ਨਹੀਂ ਕੀਤੀ, ਮੈਂ ਕੀ ਗੱਲ ਕਰ ਰਿਹਾ ਕਿ ਜਿਹੜਾ ਸਿੱਖਾਂ ਦਾ ਰਾਜ ਸੀ, ਜਿਹੜੀ ਸਰਕਾਰੇ ਖਾਲਸਾ ਸੀ ਜਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਜਾਂ ਬੇਗਮਪੁਰੇ ਦੇ ਸਿਧਾਂਤ ਸੀ, ਉਹਨਾਂ ਨੂੰ ਪ੍ਰਚਾਰ ਦੀ ਗੱਲ ਹੈ ਵੀ ਉਹਦੇ ਵਿੱਚ ਤੁਸੀਂ ਕਹਿ ਰਹੇ ਸੀ ਵੀ ਚੰਗੇ ਬੰਦੇ ਕਿਵੇਂ ਆਉਣਗੇ। ਚੰਗੇ ਬੰਦੇ ਤਾਂ ਹੀ ਆਉਣਗੇ ਜੇ ਉਹਦੇ ਤੋਂ ਜਿਹੜਾ ਨੈਗੇਟਿਵਿਟੀ ਦਾ ਫੇਕ ਉਹਦੇ ਤੇ ਕਵਰ ਚੜਾਇਆ ਗਿਆ ਉਹਨੂੰ ਹਟਾ ਦਿੱਤਾ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੀ ਦਾ 1978 ਤੱਕ ਦਾ ਸਫ਼ਰ ਕੀ ਸੀ
ਕਿ ਉਹਨਾਂ ਨੂੰ ਇੱਕ ਧਰਮ ਗੁਰੂ ਦੇ ਤੌਰ ਤੇ ਜਾਣਿਆ ਜਾਂਦਾ ਸੀ, ਉਹਨਾਂ ਨੂੰ ਇੱਕ ਧਰਮ ਪ੍ਰਚਾਰਕ ਦੇ ਤੌਰ ਤੇ ਜਾਣਿਆ ਜਾਂਦਾ ਸੀ। ਉਹ ਅੰਮ੍ਰਿਤ ਸੰਚਾਰ ਕਰਵਾ ਰਹੇ ਸੀ, ਨਸ਼ੇ ਛੁਡਾ ਰਹੇ ਸੀ, ਔਰ ਲੋਕ ਆਮ ਬੱਚੇ, ਆਮ ਸਿੱਖ ਮੁੰਡੇ ਵੀ, ਨਿੱਕੇ ਨਿੱਕੇ ਵੱਡੇ ਸਾਰੇ ਦਸਤਾਰਾਂ ਸਜਾਉਣ ਲੱਗ ਗਏ ਸੀ। 1978 'ਚ ਉਹਨਾਂ ਦੀ ਮੰਗ ਨੂੰ, ਉਸ ਵਹੀਰ ਨੂੰ, ਉਸ ਮੁਹਿੰਮ ਨੂੰ, ਮੂਵਮੈਂਟ ਨੂੰ ਸਪਰੈਸ ਕਰਨ ਵਾਸਤੇ ਉਹਨਾਂ ਦੇ ਜੱਥੇ ਦੇ 13 ਸਿੰਘ ਮਾਰ ਦਿੱਤੇ ਗਏ। ਉਹ ਬੰਦੇ ਉੱਥੇ ਬੈਠੇ ਰਹੇ, ਫਿਰ ਮੁੜ ਕੇ ਸਰਕਾਰਾਂ ਹੀ ਉਹਨਾਂ ਨੂੰ ਦਿੱਲੀ ਛੱਡ ਕੇ ਆਈਆਂ ਜਾ ਕੇ ਜੀ। ਉਦੋਂ ਬਾਅਦ ਉਹਨਾਂ ਦਾ ਜਿਹੜਾ ਰੂਪ ਜਾਂ ਜਿਹੜਾ ਉਹਨਾਂ ਦਾ ਸਿਸਟਮ ਜੋ ਇੰਨਾ ਕਾਣ ਹੋਇਆ, ਬਦਲ ਗਿਆ। ਉਸ ਤੋਂ ਬਾਅਦ ਉਹ ਸਿਰਫ ਉਸ ਨੂੰ ਪ੍ਰਚਾਰਿਆ ਜਾਂਦਾ ਹੈ। ਉਹਨਾਂ ਦੀ ਜ਼ਿੰਦਗੀ ਦੇ ਪਹਿਲੇ ਪਹਿਲੂ ਨੂੰ ਦਿਖਾਇਆ ਜਾਣਾ ਚਾਹੀਦਾ ਹੈ ਕਿ ਉਹ ਸੰਤਾਂ ਨੂੰ ਚੁਣ ਕੇ ਅੱਗੇ ਕਿਵੇਂ ਲਿਆਂਦਾ ਗਿਆ, ਕਿਉਂ ਲਿਆਂਦਾ ਗਿਆ, ਔਰ ਉਹਨਾਂ ਨੂੰ ਹੀ ਕਿਉਂ ਲਿਆਂਦਾ ਗਿਆ। ਕਿਉਂਕਿ ਉਹ ਧਰਮ ਦੇ ਬੜੇ ਗਿਆਨੀ ਸੀ, ਗੁਣੀ ਗਿਆਨੀ ਸੀ, ਜਾਂ ਧਰਮ ਦੇ ਪ੍ਰਚਾਰਕ ਸੀ। ਹੁਣ ਤੁਸੀਂ ਮੇਰੇ ਨਾਲ ਦੇ ਹੀ ਬੰਦੇ ਕੋਈ 10-15 ਇੱਥੇ ਕੋਈ ਕੁੱਟਣ ਲੱਗ ਜੇ ਇੱਥੇ ਬਾਹਰ ਆ ਕੇ, ਤੇ ਉਸ ਤੋਂ ਬਾਅਦ ਮੈਂ ਕੀ ਕਰੂੰਗਾ? ਮੈਂ ਉਹਨਾਂ ਨੂੰ ਬਚਾਊਂਗਾ, ਹੋ ਸਕਦਾ ਬਚਾਅ ਚ ਮੇਥੋਂ ਵੀ ਕਿਸੇ ਦੇ ਬਚ ਜਾਣ। ਔਰ ਤੁਸੀਂ ਸਿਰਫ ਉਹੀ ਦਿਖਾਈ ਜਾਓ, ਤੁਸੀਂ ਇਹ ਦਿਖਾਓ ਵੀ ਇਹ ਤਾਂ ਬੰਦਾ ਪੜਾਉਂਦਾ, ਇਹ ਤਾਂ ਕਹਿੰਦਾ ਹੱਥ ਜੋੜ ਕੇ ਅਸੀਂ ਸਾਰੇ ਧਰਮਾਂ ਦੀ ਇੱਜ਼ਤ ਕਰਦੇ ਆ, ਸਾਡਾ ਕਿਸੇ ਧਰਮ ਨਾਲ ਕੋਈ ਵੈਰ ਵਿਰੋਧ ਨਹੀਂ, ਪਰ ਅਸੀਂ ਆਪਦੇ ਧਰਮ ਤੇ ਪੱਕੇ ਆ। ਜੇ ਸਾਡੇ ਧਰਮ ਤੇ ਕੋਈ ਜ਼ੁਲਮ ਕਰੂਗਾ, ਅਸੀਂ ਆਪਦੇ ਸਿਰ ਧੜ ਦੀ ਬਾੜੀ ਜਲਾਉਣ ਨੂੰ ਤਿਆਰ ਆ। ਤਾਂ ਉਹ ਚੀਜ਼ ਤੁਸੀਂ ਦਿਖਾਓਗੇ ਤਾਂ ਹੋਰ ਇੱਕ ਇਮੇਜ ਬਣੇਗੀ। ਜੇ ਤੁਸੀਂ ਮੈਨੂੰ ਬਾਹਰ ਲੜਦਾ ਹੀ ਦਿਖਾ ਦੋਗੇ, ਭਾਵੇਂ ਮੈਂ ਆਪਦੇ ਬੰਦਿਆਂ ਨੂੰ ਬਚਾਉਣ ਵਾਸਤੇ ਲੜ ਰਿਹਾ, ਥੱਪੜੋ ਥੱਪੜੀ ਹੋ ਰਿਹਾ, ਫਿਰ ਮੇਰੀ ਇਮੇਜ ਉਦਾਂ ਦੀ ਬਣ ਜਾਏਗੀ। ਤਾਂ 1978 ਤੱਕ ਦਾ ਸਫ਼ਰ ਦਿਖਾਇਆ ਜਾ ਸਕਦਾ ਸੰਤਾਂ ਦਾ। ਉਦੋਂ ਬਾਅਦ ਤਾਂ ਉਹਨਾਂ ਨੂੰ ਬਣਾ ਦਿੱਤਾ ਗਿਆ ਨਾ ਜੀ। ਭਾਈ ਸਾਹਿਬ ਦਾ ਕੀ ਸਫ਼ਰ ਹੈ? ਭਾਈ ਸਾਹਿਬ ਤਾਂ ਅੰਮ੍ਰਿਤ ਸੰਚਾਰ ਕਰਾ ਰਹੇ ਸੀ, ਵਹੀਰ ਚਲਾ ਰਹੇ ਸੀ। ਤਾਂ ਉਹ ਬੰਦੇ ਉਦੋਂ ਹੀ ਅੱਗੇ ਆਉਣਗੇ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਉਹ ਬੰਦੇ ਕਿਵੇਂ ਮਿਲਣਗੇ, ਜਦੋਂ ਆਪਾਂ ਇਸ ਪਿਕਚਰ ਨੂੰ ਬਿਲਕੁਲ ਜਿਹੜੀ ਉੱਤੇ ਧੂਲ ਜੰਮੀ ਵੀ ਹੈ ਉਹਨੂੰ ਸਾਫ਼ ਕਰਕੇ ਦਿਖਾਵਾਂਗੇ ਵੀ ਧਰਮ ਦਾ ਰਾਸਤਾ ਇੱਥੇ ਲੈ ਕੇ ਜਾਂਦਾ, ਉਹ ਹਥਿਆਰਾਂ ਵੱਲ ਨਹੀਂ ਲੈ ਕੇ ਜਾਂਦਾ। ਹਥਿਆਰਾਂ ਵੱਲ ਇਹ ਮੋੜ ਦਿੰਦੇ ਆ, ਇਹ ਮਜਬੂਰ ਕਰ ਦਿੰਦੇ ਆ। ਚਲੋ ਬਹੁਤ ਧੰਨਵਾਦ ਜੀ। ਵਾਹਿਗੁਰੂ ਖਾਲਸਾ।